ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਲੋ ਇੱਕ ਵਾਰ ਫਿਰ ਖੁੱਲੀ ਫਿਜ਼ਾ ਦੇ ਵਿੱਚ ਲੈ ਕੇ ਫਿਰ ਪ੍ਰੋਗਰਾਮ ਹਾਜ਼ਰ ਹੋਏ ਹਾਂ ਤੁਹਾਡੇ ਲਈ। ਬਿਲਕੁਲ ਇਹ ਸਭ ਦੇ ਦਰਮਿਆਨ ਜਿਹੜੀ ਵੱਡੀ ਚਿੰਤਾ ਉੱਭਰ ਕੇ ਆਈ ਉਹ ਕਰੋਨਾ ਤੋਂ ਬਾਅਦ ਜਿਹੜੀਆਂ ਆਉਣ ਵਾਲੀਆਂ ਮੁਸੀਬਤਾਂ ਨੇ, ਖਾਸ ਕਰ ਸੂਬਿਆਂ ਦੀ ਝੋਲੀ ਜੋ ਕੁਝ ਪੈਣ ਵਾਲਾ, ਕੀ ਸੂਬਿਆਂ ਦੇ ਹੱਕ ਖੋਲੇ ਜਾ ਰਹੇ ਨੇ, ਕੀ ਖੋਲੇ ਗਏ ਨੇ, ਕੀ ਖੇਤਾਂ ਦੇ ਵਿੱਚੋਂ ਹੁਣ ਫਸਲ ਦਾ ਮੁੱਲ ਵੀ ਜਿਹੜਾ ਪਹਿਲਾਂ ਪੂਰਾ ਨਹੀਂ ਮਿਲਦਾ ਸੀ ਹੁਣ ਬਾਜ਼ਾਰ ਦੇ ਵਿੱਚ ਖੁੱਲੇ ਵਪਾਰੀ ਲਾਉਣਗੇ, ਕੀ ਇਸ ਦੇ ਰਾਹੀਂ ਪੂਰੀ ਤਰ੍ਹਾਂ ਨਾਲ ਸੂਬਿਆਂ ਦਾ, ਕਿਸਾਨਾਂ ਦਾ, ਆਮ ਲੋਕਾਂ ਦਾ ਗਲਾ ਘੁੱਟਣ ਦੀ ਤਿਆਰੀ ਹੈ। ਇਹ ਸਾਰੇ ਮਸਲਿਆਂ ਤੇ ਨਜ਼ਰਸਾਨੀ ਜਦੋਂ ਕਰਦੇ ਹਾਂ ਤਾਂ ਇੱਕੋ ਨਾਂ ਜਿਹਨੂੰ ਤੁਸੀਂ ਲੰਮੇ ਸਮੇਂ ਤੋਂ ਉਡੀਕ ਰਹੇ ਸੀ, ਤੁਹਾਡੇ ਸਨੇਹ ਸਾਡੇ ਤੱਕ ਅੱਪੜ ਰਹੇ ਸੀ ਕਿ ਹਮੀਰ ਸਿੰਘ ਜੀ ਕਦੋਂ ਪ੍ਰੋਗਰਾਮ 'ਚ ਪਰਤਣਗੇ। ਲੋ ਪ੍ਰੋਗਰਾਮ ਵੀ ਪਰਤਿਆ ਤੇ ਹਮੀਰ ਸਿੰਘ ਜੀ ਵੀ ਪਰਤੇ। ਅੱਜ ਅਸੀਂ ਫਿਰ ਤੋਂ ਇਹਨਾਂ ਸਾਰੇ ਮਸਲਿਆਂ ਨਾਲ ਚਰਚਾ ਕਰਾਂਗੇ। ਹਮੀਰ ਸਿੰਘ ਹੋਰਾਂ ਨਾਲ ਸੀਨੀਅਰ ਪੱਤਰਕਾਰ ਨੇ ਜੋ ਕਿ ਸਾਡੇ ਸੀਨੀਅਰ ਨੇ, ਸਤਿਕਾਰਤ ਨੇ, ਅੱਜ ਸਾਡੇ ਨਾਲ ਇਸ ਚਰਚਾ ਦੇ ਮੁੱਦੇ 'ਚ ਹਾਜ਼ਰ ਨੇ। ਭਾਜੀ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ। ਇਸ 2 ਮਹੀਨੇ ਦੇ ਵਕਫੇ ਤੋਂ ਬਾਅਦ ਅੱਜ ਆਪਾਂ ਇਸ ਖੁੱਲੀ ਥਾਂ ਤੇ ਖੜ ਕੇ ਦੁਬਾਰਾ ਚਰਚਾ ਕਰ ਰਹੇ ਹਾਂ। ਪਰ ਇਹ ਇੱਕ ਚਿੰਤਾ ਦੇ ਵਿੱਚ ਪਾ ਗਿਆ ਦੌਰ ਸਾਨੂੰ ਕਿ ਇੱਕ ਤਾਂ ਮਹਾਮਾਰੀ ਦਾ ਡਰ, ਉੱਪਰ ਤੋਂ ਕੇਂਦਰ ਲੋਕਤੰਤਰਿਕ ਸਰਕਾਰ ਹੋਣ ਦੇ ਬਾਵਜੂਦ ਤਾਨਾਸ਼ਾਹੀ ਰੂਪ ਦੇ ਨਾਲ ਜਿਵੇਂ ਕਾਰਵਾਈ ਕਰ ਰਹੀ ਸੀ, ਲਗਾਤਾਰ ਸੂਬਿਆਂ ਨੂੰ ਵੀ ਆਪਣੇ ਢੰਗ ਨਾਲ ਚਲਾ ਰਹੀ ਹੈ, ਹੁਣ ਅਦਾਰਿਆਂ ਨੂੰ ਵੀ ਆਪਣੇ ਢੰਗ ਨਾਲ ਚਲਾ ਰਹੀ ਹੈ। ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਕਿਤੇ ਨਾ ਕਿਤੇ ਸੂਬਿਆਂ ਦੇ ਅਧਿਕਾਰ ਖੋਲੇ ਗਏ ਨੇ, ਜਿਹੜੇ ਨਿੱਜੀ ਸੰਸਥਾਵਾਂ ਸੀ ਉਹਨਾਂ ਦੇ ਅਧਿਕਾਰ ਖੋਲੇ ਗਏ ਨੇ, ਕੀ ਸਾਰਾ ਕੁਝ ਵਪਾਰੀਆਂ ਦੇ ਹੱਥ ਜਾ ਰਿਹਾ? ਬਿਲਕੁਲ, ਜਿੰਨਾ ਵੀ ਜੇਕਰ ਇਸ ਪੈਕੇਜ ਨੂੰ ਵੀ ਸਮਝਿਆ ਜਾਏ, ਜਿਹੜਾ ਉਹ ਕਹਿ ਰਹੇ ਨੇ ਕਿ 20 ਲੱਖ ਕਰੋੜ ਦਾ ਇੱਕ ਪੈਕੇਜ ਹੈ, ਹਾਂ, ਤਾਂ ਪੈਕੇਜ ਦੇ ਨਾਲ ਜਿਹੜੀਆਂ ਸ਼ਰਤਾਂ ਨੇ, ਪਹਿਲੀ ਗੱਲ ਤਾਂ ਉਹ ਪੈਕੇਜ ਹੀ ਇਹੋ ਜਿਹਾ ਹੈ ਜਿਹਦੇ ਚੋਂ ਕਿਹਾ ਜਾ ਰਿਹਾ ਕਿ ਲਗਭਗ 17 ਲੱਖ ਕਰੋੜ, ਜਾਂ ਜੇ ਉਹ ਨਹੀਂ ਤਾਂ 16.5 ਲੱਖ ਕਰੋੜ ਉਹੀ ਹੈ ਜਿਹੜਾ ਜਾਂ ਤਾਂ ਲੋਨ ਹੈ, ਕਰਜ਼ਾ ਲੈ ਲਓ, ਜਾਂ ਫਿਰ ਇਦੋਂ ਪਹਿਲਾਂ ਦਾ ਕਦੇ ਐਲਾਨਿਆ ਗਿਆ ਸੀ, ਕਦੇ ਬਜਟ 'ਚ ਰੱਖਿਆ ਗਿਆ ਸੀ, ਕਦੇ ਉਹ ਪੁਰਾਣਾ ਹੈ। ਮਤਲਬ ਜੀ ਜਿਵੇਂ ਕਹਿੰਦੇ ਨੇ ਨਵੀਂ ਬੋਤਲ ਪੁਰਾਣੀ ਸ਼ਰਾਬ ਵਾਲੀ ਗੱਲ ਹੈ ਜਿਹੜੀ ਉਹ ਸਾਰੀ ਕੀਤੀ ਗਈ। ਦੂਜੀ ਗੱਲ ਇਹ ਹੈ ਕਿ ਇਸ ਦੀ ਆੜ 'ਚ ਜੋ ਕੁਝ ਵਾਪਰ ਰਿਹਾ ਹਜੇ ਲੋਕਾਂ ਨੂੰ ਉਹ ਸਮਝ ਨਹੀਂ ਆ ਰਿਹਾ, ਹੌਲੀ ਹੌਲੀ ਸ਼ਾਇਦ ਪਤਾ ਲੱਗੇ। ਪਹਿਲੀ ਵਾਰ ਤਾਂ ਰਾਹਤ ਪੈਕੇਜ ਲੱਗ ਰਿਹਾ, ਰਾਹਤ ਪੈਕੇਜ ਹਜੇ ਲੱਗ ਰਿਹਾ, ਕਿਹਨੂੰ ਕੀ ਮਿਲਿਆ, ਕਿਹਨੂੰ ਕੀ ਨਹੀਂ ਮਿਲਿਆ। ਪਹਿਲਾਂ ਤਾਂ ਬਹੁਤ ਦੇਰ ਬਾਅਦ, ਮਤਲਬ ਜਦੋਂ ਕਿ ਆਰਥਿਕ ਮਾਹਰ ਬੜਾ ਪਹਿਲਾਂ ਤੋਂ ਹੀ ਕਹਿ ਰਹੇ ਸੀ ਕਿ ਤੁਹਾਨੂੰ ਲੋਕਾਂ ਦੀਆਂ ਜੇਬਾਂ 'ਚ ਪੈਸਾ ਪਾਉਣਾ ਚਾਹੀਦਾ, ਔਰ ਜਦੋਂ ਲੱਖਾਂ ਮਜ਼ਦੂਰ ਸੜਕਾਂ ਤੇ ਤੁਰੇ, ਉਹਨਾਂ ਦੀਆਂ ਦਰਦ, ਉਹਨਾਂ ਦੀਆਂ ਦਾਸਤਾਨਾਂ ਮੀਡੀਆ ਤੇ ਆਈਆਂ, ਉਦੋਂ ਬਾਅਦ ਤਾਂ ਇੱਕ ਟ੍ਰੇਨਾਂ ਦਾ ਪ੍ਰਬੰਧ ਕੀਤਾ, ਉਹ ਵੀ ਕੱਚਾ ਪਿੱਲਾ, ਉਹਦਾ ਕੋਈ ਮਤਲਬ ਨਹੀਂ ਹੈ ਨਾ, ਔਰ ਫਿਰ ਪੈਸੇ ਕੌਣ ਦੇਊਗਾ, ਪੈਸੇ ਨਹੀਂ ਦੇਗਾ। ਪਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਸ਼ਰਤਾਂ ਔਰ ਕੰਡੀਸ਼ਨ ਜਲਾਈਆਂ ਜੀ, ਬਿਜਲੀ ਬੋਰਡ ਤੇ ਲਾ ਅਮੈਂਡ ਕਰਨ ਜਾ ਰਹੇ ਨੇ, ਪਿੱਛੋਂ ਹੀ ਦੇਤਾ ਨੋਟ, ਬਿਲਕੁਲ ਉਹ ਸਾਰਾ ਜਿਹੜੇ ਸਟੇਟ ਦੇ ਸੰਚਾਲਿਤ ਬਿਜਲੀ ਬੋਰਡ ਸੀ ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਹਦਾ ਨਿੱਜੀਕਰਨ ਕਰਤਾ, ਰਾਹ ਸਾਫ਼ ਕਰਤਾ। ਸਮਾਰਟ ਸਿਟੀਆਂ ਦੀ ਤਾਂ ਐਲਾਨ ਤਾਂ ਕਿ ਸਮਾਰਟ ਸਿਟੀਆਂ 'ਚ ਤਾਂ ਇਹਦੇ ਨਾਲ ਦੀ ਨਾਲ ਦੂਜੀ ਗੱਲ ਇਹ ਹੋ ਗਈ ਹੈ, ਜਿਹੜੀ ਸਭ ਤੋਂ ਬੜੀ ਖੇਤੀ ਸੈਕਟਰ ਦਾ ਜਿਹੜਾ ਸਭ ਤੋਂ ਬੜਾ ਕ੍ਰਾਈਸਿਸ ਸੀ, ਸੰਕਟ ਸੀ। ਸੰਕਟ ਇਹ ਹੈ ਕਿ ਕਿਸਾਨੀ ਤਾਂ ਕਰਜ਼ੇ ਦੇ ਬੋਝ ਹੇਠ ਮਰ ਰਹੀ ਹੈ। ਤੁਸੀਂ ਉਹਨੂੰ ਕਹਿੰਦੇ ਹੋਰ ਕਰਜ਼ਾ, ਗੱਲ ਸੀ ਕਰਜ਼ਾ ਮਾਫੀ ਦੀ ਜਾਂ ਉਹਨਾਂ ਨੂੰ ਪੈਸੇ ਦੇਣ ਦੀ, ਤੁਸੀਂ ਉਲਟਾ ਕਹਿੰਦੇ ਹੋ ਕਰਜ਼ਾ ਲੈ ਲਓ ਹੋਰ ਜਦੋਂ ਮਰ ਰਹੇ। ਮਤਲਬ ਮਰੀਜ਼ ਗਿਆ ਕੋਈ ਹੋਰ ਰੋਗ ਦੱਸਣ ਦੇ ਲਈ ਤੁਸੀਂ ਰੋਗ ਵਧਾਉਣ ਵਾਲਾ ਕੰਮ ਕਰ ਰਹੇ ਹੋ। ਉਹ ਕਹਿੰਦੇ ਆਪਣੇ ਉਹ ਕਹਾਵਤ ਚੱਲਦੀ ਹੈ ਨਾ ਕਿ ਕਰਿਆਨੇ ਦੁਕਾਨ ਤੇ ਕਹਿੰਦਾ ਚੀਨੀ ਤਾਂ ਹੈ ਨਹੀਂ, ਮੋਮਬੱਤੀਆਂ ਲੈ ਜਾ, ਪਟਾਕੇ ਲੈ ਜਾ। ਉਹੀ ਹਾਲ ਇਹ ਕੀਤਾ। ਔਰ ਜਿਹੜੇ 3 ਕਿਸਾਨੀ ਨਾਲ ਸੰਬੰਧਿਤ ਇਹਨਾਂ ਨੇ ਐਕਟ ਬਣਾਉਣ ਦਾ ਅਨਾਉਂਸਮੈਂਟ ਕੀਤੀ ਹੈ ਕੇਂਦਰੀ ਵਿੱਤ ਮੰਤਰੀ ਨੇ, ਉਹ ਤਿੰਨੋਂ ਇਹੋ ਜਿਹੇ ਨੇ ਜਿਹਦੇ ਨਾਲ ਪੰਜਾਬ, ਹਰਿਆਣਾ ਤਾਂ ਖਾਸ ਤੌਰ ਤੇ ਪੱਠਾ ਬੈਠ ਜਾਣਾ, ਸਾਰੇ ਦੇਸ਼ ਦਾ ਤਾਂ ਬਾਕੀ ਹੈ। ਕਿਉਂਕਿ ਇਹਨਾਂ ਸਟੇਟਾਂ 'ਚ ਘੱਟੋ ਘੱਟ 2 ਫਸਲਾਂ ਦੀ ਇੱਕ ਤਾਂ ਘੱਟੋ ਘੱਟ ਸਮਰਥਨ ਮੁੱਲ ਹੈ ਜੀ, ਕਣਕ ਤੇ ਝੋਨੇ ਦਾ। ਹਾਂਜੀ, ਤੇ ਇਹ ਜਿਹੜਾ ਨਵਾਂ ਐਕਟ ਖੁੱਲੇ ਬਾਜ਼ਾਰ ਦਾ, ਖੁੱਲੇ ਬਾਜ਼ਾਰ ਦਾ ਨਵਾਂ ਐਕਟ ਦੇ ਨਾਲ ਕਣਕ ਤੇ MSP ਸਮਝ ਲਓ ਗਈ, ਤੇ MSP ਤੋਂ ਹੱਥ ਖਿੱਚ ਲਿਆ। ਵੈਸੇ ਤਾਂ ਪਹਿਲਾਂ ਵੀ ਇਹੋ ਜਿਹੇ ਬਿਆਨ ਆਉਂਦੇ, ਚਾਹੇ ਉਹ ਸ਼ਾਂਤਾ ਕੁਮਾਰ ਕਮੇਟੀ ਸੀ, ਚਾਹੇ ਉਹ ਵੱਖ-ਵੱਖ ਕਿਸਮ ਦੇ ਲੋਨ ਸੀ, ਚਾਹੇ ਉਹ ਈਵਨ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਹੈ ਜਿਹੜਾ ਰਿਕਮੈਂਡ ਕਰਦਾ, ਉਹਦੀ ਲੇਟੈਸਟ ਜਿਹੜੀ ਰਿਪੋਰਟ ਹੈ ਉਹ ਵੀ ਇਹ ਕਹਿੰਦੀ ਹੈ ਕਿ ਸਾਰਾ ਨਾ ਖਰੀਦੇ, ਸਭ ਦੀ ਖਰੀਦਣ ਦੀ ਗਾਰੰਟੀ ਨਹੀਂ, ਕੇਵਲ ਉਹਨਾਂ ਕੁ ਖਰੀਦੋ ਜਿੰਨਾ ਕੁ ਜਨਤਕ ਵੰਡ ਪ੍ਰਣਾਲੀ 'ਚ ਤੁਹਾਨੂੰ ਅਨਾਜ ਚਾਹੀਦਾ। ਅੱਛਾ ਜੀ, ਮਤਲਬ ਕੀ ਹੈ ਕਿ 40 ਲੱਖ ਟਨ ਖਰੀਦੋ। ਸਾਡੇ 100 ਲੱਖ ਟਨ ਤੋਂ ਉੱਪਰ ਜਾਂਦਾ ਪੰਜਾਬ 'ਚ, 129-30 ਲੱਖ ਟਨ ਕਣਕ ਤੇ 130-35 ਲੱਖ ਟਨ ਝੋਨਾ ਵੀ ਆਉਂਦਾ, ਡਬਲ ਹੋ ਜਾਂਦਾ। ਤਾਂ ਫਿਰ ਬਾਕੀ ਕਹਿੰਦੇ ਖੁੱਲੀ ਮੰਡੀ 'ਚ ਛੱਡ ਦਿਓ। ਮਤਲਬ ਕਿ ਇਹਦਾ ਫਿਰ ਉਹਦੇ ਲਈ ਲਾ ਅਮੈਂਡ ਕਰ ਰਹੇ ਨੇ। ਇਦੋਂ ਪਹਿਲਾਂ ਇਹ ਸਟੇਟ ਦਾ ਸਬਜੈਕਟ ਸੀ ਜੀ, 3 ਚੀਜ਼ਾਂ, ਜ਼ਮੀਨ, ਸੂਬੇ ਦੇ ਅੰਦਰ ਦੀ ਮਾਰਕੀਟ ਜਿਹੜੀ ਟੋਟਲ ਮੰਡੀ ਕਿਵੇਂ ਕਰਨੀ ਹੈ, ਕਿਵੇਂ ਨਹੀਂ ਕਰਨੀ, ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਸੈਸ ਹੈ, ਔਰ ਉਸੇ ਤਰੀਕੇ ਦੇ ਨਾਲ ਜਿਹੜਾ ਕੋਈ ਬਾਕੀ ਦੇ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਮਾਮਲੇ ਸੀ, ਉਹ ਸਾਰਾ ਹੀ ਖੇਤੀ ਜਿਹੜੀ ਹੈ ਉਹ ਸਟੇਟ ਸਬਜੈਕਟ ਦਾ ਹਿੱਸਾ, ਸਟੇਟ ਦਾ, ਹਾਂ, ਸੂਬੇ ਦੇ ਅਧਿਕਾਰ ਖੇਤੀ। ਹੁਣ ਇਹਨਾਂ ਨੇ ਕੀ ਕੀਤਾ, ਕਿਉਂਕਿ ਪਹਿਲਾਂ ਵੀ ਗਵਰਨਮੈਂਟ ਜ਼ੋਰ ਲਾਉਂਦੀ ਰਹੀ ਹੈ, APMC ਐਕਟ ਹੈ ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਕਾਨੂੰਨ ਹੈ ਜੀ,
ਉਹ ਕਾਨੂੰਨ ਸੋਧ ਕਰਨ ਲਈ ਲਗਾਤਾਰ ਦਬਾਅ ਪੈ ਰਿਹਾ ਸੀ ਕਿ ਜਿਹੜੇ ਇਹ ਮੰਡੀਆਂ ਬਣੀਆਂ ਹੋਈਆਂ ਨੇ ਨੈਟਵਰਕ, ਇਹਦੇ ਚ ਪ੍ਰਾਈਵੇਟ ਤੇ ਨਿੱਜੀਕਰਨ ਦੇ ਪਲੇਅਰ ਨੂੰ ਜਗ੍ਹਾ ਦਿਓ ਜੀ, ਜਾਂ ਉਹਨਾਂ ਨੂੰ ਖੁੱਲੀ ਮੰਡੀ ਦੇ ਵਿੱਚ ਸ਼ਾਮਲ ਕਰ ਲਓ। ਸਟੇਟ ਗਵਰਨਮੈਂਟ ਆਪਣੇ ਕਿਸਾਨਾਂ ਜਾਂ ਆਪਣੇ ਉਹਨਾਂ ਦੇ ਦਬਾਅ ਹੇਠ ਅਜੇ ਤੱਕ ਨਹੀਂ ਸੀ ਕਰ ਰਹੀ। ਪੰਜਾਬ ਵਾਲਿਆਂ ਨੇ ਹੁਣ ਕੀਤਾ ਸੀ, ਅਜੇ ਲਾਗੂ ਨਹੀਂ ਹੋਇਆ। ਇਤਕੀ ਸੰਕਟ ਆ ਗਿਆ, ਮੁੜ ਕੇ ਫਿਰ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਹਟਣਾ ਪਿਆ। ਠੀਕ ਹੈ। ਹੁਣ ਕਹਿੰਦੇ ਲਾ ਹੀ ਸੈਂਟਰਲ ਬਣਾਤਾ। ਅੱਛਾ, ਬਣਾ ਦੋ ਵੀ ਲੋੜ ਹੀ ਨਾ ਪਵੇ ਸਟੇਟ ਦੀ, ਸਟੇਟਾਂ ਦੀ ਲੋੜ ਹੀ ਨਹੀਂ, ਸਾਰਾ ਕੁਝ ਸੈਂਟਰ ਦੇ ਹੱਥ ਦੇ ਦਿਓ, ਸਾਰਾ ਕੁਝ ਸੈਂਟਰ ਦੇ ਹੱਥ ਦੇ ਦਿਓ। ਜਦੋਂ ਕਾਨੂੰਨ ਸੈਂਟਰਲ ਬਣ ਗਿਆ, ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਸੰਵਿਧਾਨ ਦੇ ਵਿੱਚ ਜਿਹੜਾ ਵਿਸ਼ਾ ਸਟੇਟਾਂ ਨੂੰ ਦਿੱਤਾ ਹੋਇਆ ਹੈ ਉਹਦਾ ਹੱਕ ਉਹ ਗੈਰ ਸੰਵਿਧਾਨਕ ਤੁਸੀਂ ਕਿਵੇਂ ਖੋ ਸਕਦੇ ਹੋ? ਸੂਬਾ ਸਰਕਾਰਾਂ ਕੋਈ ਐ ਨਹੀਂ ਹੁੰਦੀਆਂ ਕਿ ਉਹ ਮਤਾਹਤ ਬਾਡੀ ਜਿਹਨੇ ਕੇਂਦਰ ਸਰਕਾਰ ਦੀਆਂ ਚੁਣੀਆਂ ਹੋਈਆਂ, ਇਹ ਵੀ ਲੋਕਾਂ ਦੀਆਂ ਚੁਣੀਆਂ ਹੋਈਆਂ ਖੁਦ ਮੁਖਤਾਰ ਸੰਸਥਾਵਾਂ ਨੇ। ਇਹਨਾਂ 'ਚ ਵੀ ਉਨੀ ਉਹ ਪ੍ਰਭੂ ਸੱਤਾ ਜਿੰਨੀ ਤੁਹਾਡੇ 'ਚ ਸੰਵਿਧਾਨ ਦੇ ਮੁਤਾਬਕ। ਇਹਨੂੰ ਤੁਸੀਂ ਐ ਨਹੀਂ ਹੱਕ ਸਕਦੇ। ਇੱਕ ਤਾਂ ਇਹ ਕਰਤਾ, ਠੀਕ ਹੈ। ਦੂਜਾ ਇਹ ਕਰਤਾ ਇਸ ਨਾਂ ਤੇ ਕਿ ਜੀ ਅਸੀਂ ਮੰਡੀ ਸਟੇਟਾਂ ਦੀ ਖੋਲ ਦਿੰਨੇ ਆ। ਪਹਿਲਾਂ ਈ ਨਾਮ ਕਰਕੇ ਖੋਲੀ ਸੀ, ਈ ਨੇਮ ਤਾਂ ਚੱਲਿਆ ਨਹੀਂ, ਉਹ ਫਲਾਪ ਹੋ ਗਿਆ। ਹੁਣ ਕਹਿੰਦੇ ਵੀ ਉਹ ਸੜਕੀ ਰਸਤੇ ਵੀ ਖੁੱਲਾ ਬਾਜ਼ਾਰ ਕਰ ਦਾਂਗੇ, ਜਿਹੜਾ ਜਿੱਥੇ ਦਾ ਮਰਜ਼ੀ ਬੋਲ ਲੇ। ਸਪੋਜ਼ ਕਰੋ ਇੱਕ ਉਹਦੇ ਚ ਹੁਣ ਕਿਸਾਨ ਤਾਂ ਟਰਾਲੀ ਲੈ ਕੇ ਬਿਹਾਰ ਨਹੀਂ ਜਾਊਗਾ ਨਾ, ਜਾਂ ਬਿਹਾਰ ਦਾ ਬੰਦਾ ਤਾਂ ਪੰਜਾਬ ਨਹੀਂ ਵੇਚਣ ਆਊਗਾ। ਬਿਲਕੁਲ। ਇਹ ਕਹਿੰਦੇ ਨੇ ਉਹਦੇ ਚ ਲੌਜਿਕ ਦਿੱਤਾ ਮਿਡਲਮੈਨ ਨੂੰ ਕੱਢਾਂਗੇ, ਮਿਡਲਮੈਨ ਸਗੋਂ ਵੱਡਾ ਆ ਗਿਆ, ਵੱਧ ਜਾਏਗਾ, ਹੁਣ ਤਾਂ ਵੱਡਾ ਆ ਜਾਊਗਾ। ਔਰ ਉਹ ਮਿਡਲਮੈਨ ਕੀ ਕਰੂਗਾ ਕਿ ਬਿਹਾਰ ਤੋਂ ਖਰੀਦੂਗਾ ਉਹ ਝੋਨਾ ਤੇ ਕਣਕ ਬੜੇ ਸਸਤੇ ਰੇਟ ਤੇ, ਇੱਥੇ ਕੋਸ਼ਿਸ਼ ਕਰੂਗਾ ਐਮਐਸਪੀ ਤੇ ਵੇਚਣ ਦੀ। ਉਹ ਵੀ ਇੱਕ ਨਵਾਂ ਇੱਕ ਠੱਗੀ ਫਿਰ ਕਿਸਾਨ ਨਾਲ ਹੈ, ਠੱਗੀ ਕਿਸਾਨ ਨਾਲ ਹੈ, ਠੱਗੀ ਫਿਰ ਕਿਸਾਨ ਜਿਹੜੇ ਵੀ ਮਰਜ਼ੀ। ਔਰ ਅਗਲੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਲਗਾਤਾਰ ਕਿ ਜਿੰਨੀਆਂ ਵੀ ਟੋਟਲ ਕ੍ਰੌਪ ਪੈਟਰਨ ਸੀ, ਜੇਕਰ ਇਹਨੂੰ ਲਾ ਲਈਏ ਕਿ ਤੁਹਾਡਾ ਇਹ ਖੁੱਲੀ ਮੰਡੀ ਦਾ ਸਿਧਾਂਤ ਹੈ, ਠੀਕ ਹੈ, ਤਾਂ ਐਮਐਸਪੀ ਹੈ ਪੰਜਾਬ ਤੇ ਹਰਿਆਣੇ 'ਚ, ਬਾਕੀ ਸੂਬਿਆਂ 'ਚ ਤਾਂ ਪਹਿਲਾਂ ਹੀ ਖੁੱਲੀ ਮੰਡੀ ਹੈ। ਉਹ ਤਾਂ ਰੋ ਰਹੇ ਨੇ, ਉਹ ਤਾਂ ਇਦੋਂ ਵੀ ਮਾੜਾ ਹਾਲ ਹੈ। ਇਹਦਾ ਮਤਲਬ ਤੁਸੀਂ ਉਹਨਾਂ ਤੋਂ ਵੀ ਕੀ ਸਿੱਖਿਆ? ਉਹਨਾਂ ਤੋਂ ਸਿੱਖ ਨਹੀਂ ਰਹੇ, ਬਲਕਿ ਇਹਨਾਂ ਨੂੰ ਉਹ ਜਿਹੇ ਬਣਾ ਰਹੇ ਹੋ, ਇਹਨਾਂ ਨੂੰ ਤੁਸੀਂ ਉਸ ਪਾਸੇ ਵੱਲ ਧੱਕ ਰਹੇ ਹੋ, ਜਿਹੜਾ ਵੀ ਸਿਸਟਮ ਉਸ ਪਾਸੇ ਵੱਲ ਜਾ ਰਿਹਾ। ਔਰ ਇਹ ਸਾਰਾ ਜਿਹੜਾ ਇੱਕ ਤਾਣਾ ਬਾਣਾ ਉਹਨਾਂ ਨੇ ਕੀਤਾ ਹੈ ਕਿ ਅਸੀਂ ਇਹ ਸੋਧ ਕਰ ਦਾਂਗੇ, ਉਹ ਸੋਧ ਕਰ ਦਾਂਗੇ। ਇਹਨਾਂ ਨੇ ਇੱਕ ਤਾਂ ਸਟੇਟ ਦੇ ਸਾਰੇ ਹੱਕ ਖੋਲੇ ਨੇ ਖੇਤੀ ਖੇਤਰ ਚੋਂ ਵੀ, ਹਾਲਾਂਕਿ ਇਦੋਂ ਪਹਿਲਾਂ ਵੀ ਸੀ। ਪਹਿਲਾਂ ਇਨਡਾਇਰੈਕਟ ਬਾਂਹ ਮਰੋੜਦੇ ਸੀ, ਜਿਵੇਂ ਖੇਤੀ ਇਨਪੁੱਟ ਸਾਰੇ ਸੀ ਉਹਨਾਂ ਦੇ ਰੇਟ ਤੈਅ ਕਰਨਾ, ਜਾਂ ਫਲਾਨਾ ਗਵਰਨਮੈਂਟ ਆਫ ਇੰਡੀਆ ਕਰਦੀ ਸੀ, ਜਾਂ ਪ੍ਰਾਈਵੇਟ ਬਾਜ਼ਾਰ ਕਰਦਾ ਸੀ, ਉਹ ਜਿੰਨੇ ਮਰਜ਼ੀ ਤੁਸੀਂ ਕਰ ਦਿੰਦੇ ਸੀ, ਤੇ ਉਹਦੇ ਕਰਕੇ ਵੀ ਮਜਬੂਰੀ ਜਿਹੜੀ ਇਹਦੇ 'ਚ ਬਣ ਜਾਂਦੀ ਸੀ। ਕੇਵਲ ਇੰਨਾ ਹੀ ਨਹੀਂ ਕੀਤਾ, ਸਟੇਟਾਂ ਨੂੰ ਇਹਨਾਂ ਨੇ ਇੱਕ ਗੱਲ ਕਰਤੀ ਹੁਣ ਐਤਕੀ ਕਿ ਜਿਹੜੀ ਡਿਮਾਂਡ ਕਰ ਰਹੇ ਸੀ, ਕਹਿ ਰਹੇ ਉਹ ਗੱਲ ਪੋਜ਼ਿਟਿਵ ਸੀ। ਜੇ ਪਹਿਲਾਂ ਬਿਨਾਂ ਸ਼ਰਤ ਕਰਦੇ, ਉਹ ਇਹ ਸੀ ਵੀ ਜਿੰਨਾ ਸਾਡੇ ਕੁੱਲ ਘਰੇਲੂ ਪੈਦਾਵਾਰ ਹੈ ਸਟੇਟ ਦੀ, ਇਹਦੇ 3% ਤੋਂ ਵੱਧ ਕਰਜ਼ਾ ਨਹੀਂ ਤੁਸੀਂ ਲੈ ਸਕਦੇ। ਠੀਕ ਹੈ। ਤੇ ਸਾਰੇ ਮਾਹਰ ਕਹਿ ਰਹੇ ਸੀ ਤੁਸੀਂ ਨੋਟ ਛਾਪੋ ਯਾਰ, ਲੋਕਾਂ ਨੂੰ ਪੈਸੇ ਦਿਓ ਤੇ 5% ਤੱਕ ਕਰ ਦਿਓ। 5 ਕਰਤਾ। ਅੱਛਾ ਜੀ। ਪਰ ਉਹਨਾਂ ਨੇ ਸ਼ਰਤ ਕੀ ਲਾਈ ਹੈ? ਅੱਛਾ ਜੀ। ਕੇਵਲ ਉਹ ਉਹਨਾਂ ਸਟੇਟਾਂ ਤੇ ਲਾਗੂ ਹੋਏਗਾ ਜਿਹੜੀਆਂ ਆਹ ਕਾਨੂੰਨ ਮੰਨਣਗੀਆਂ, ਜਿਹੜੀਆਂ ਅਸੀਂ ਹੁਣ ਨਵੇਂ ਬਣਾ ਰਹੇ ਨੇ। ਬਿਲਕੁਲ, ਇੱਕ ਆਪਣੀ ਛਤਰੀ ਥੱਲੇ ਲਿਆਉਣ ਲਈ। ਵੀ ਜੇ ਤੁਸੀਂ ਇਹ ਨਹੀਂ ਕਰਦੇ ਤੁਹਾਨੂੰ ਨਹੀਂ ਮਿਲਦਾ, ਉਹ ਵੀ ਨਹੀਂ ਮਿਲਦਾ। ਔਰ ਤੁਸੀਂ ਦੇਖੋ ਕਿ ਨੀਤੀ ਆਯੋਗ ਇੱਕ ਗੈਰ ਸੰਵਿਧਾਨਕ ਸੰਸਥਾ ਹੈ, ਕੋਈ ਉਹਦੀ ਸੰਵਿਧਾਨਕ ਵੈਲਿਊ ਨਹੀਂ। ਉਹਨੇ ਇੱਕ ਇੰਡੈਕਸ ਬਣਾਉਣਾ ਸ਼ੁਰੂ ਕਰਤਾ, ਪ੍ਰੋ ਫਾਰਮਰ ਇੰਡੈਕਸ। ਅੱਛਾ ਜੀ। ਜਿਨ੍ਹਾਂ ਨੇ ਇਹ ਨਹੀਂ ਕੀਤਾ, APMS ਸੋਧ ਨਹੀਂ ਕੀਤੀ, ਮੰਡੀ ਖੁੱਲੀ ਨਹੀਂ ਕੀਤੀ, ਬਾਕੀ ਨਹੀਂ ਕੀਤੀ, ਉਹ ਕਹਿੰਦੇ ਨੇ ਵੀ ਇਹਦਾ ਦਰਜਾ ਹੇਠਾਂ। ਠੀਕ ਹੈ। ਇਹਨੂੰ ਜਿਹੜਾ ਕੇਂਦਰ ਸਰਕਾਰ ਸਭ ਤੋਂ ਜ਼ਿਆਦਾ ਟੈਕਸ ਲੋਕਾਂ ਤੋਂ, ਕੇਂਦਰ ਕੋਲ ਆਪਦੇ ਥੋੜੀ ਹੈ ਕਿ ਕਿਤੇ ਖਾਣ ਹੈ ਪੈਸੇ ਦੀ, ਟੈਕਸ ਸਾਰੇ ਲੋਕਾਂ ਤੋਂ ਹੀ ਜਾ ਰਹੇ ਨੇ। ਬਿਲਕੁਲ। ਇਹਦਾ ਬੜਾ ਹਿੱਸਾ ਉਹ ਲੈ ਜਾਂਦੀ ਹੈ, ਫਿਰ ਉਹਦੀ ਬਾਂਦਰ ਵੰਡ ਕਰਦੀ ਹੈ। ਅੱਛਾ। ਫਿਰ ਉਹ ਕਹਿ ਰਿਹਾ ਵੀ ਜੇ ਮੇਰੀ ਮੰਨੇਗਾ ਤਾਂ ਤੂੰ ਕਿਸਾਨ ਹਮਾਇਤੀ ਹੈ, ਜੇ ਮੇਰੀ ਨਹੀਂ ਮੰਨਦਾ ਤੂੰ ਕਿਸਾਨ ਵਿਰੋਧੀ ਹੈ। ਜਦ ਕਿ ਉਹਦੇ ਟੋਟਲ ਜਿਹੜੇ ਉਹ ਨੇ ਲਾ ਨੇ, ਉਹ ਕਿਸਾਨਾਂ ਦੇ ਅਗੇਂਸਟ ਨੇ। ਅੱਛਾ। ਕਿਸਾਨਾਂ ਦੇ ਵਿਰੋਧੀ ਨੇ ਸਾਰੇ ਦੇ ਸਾਰੇ। ਔਰ ਤੁਸੀਂ ਕਰ ਕੀ ਦਿੱਤਾ ਹੁਣ? ਛੋਟਾ ਮਿਡਲਮੈਨ ਤੁਸੀਂ ਕੱਢ ਰਹੇ ਹੋ ਇਹਦੇ ਚੋਂ। ਇਹਦੇ ਚ ਇੱਕ ਨਵੀਂ ਗੱਲ ਜਿਹੜੀ ਉਹ ਲੈ ਕੇ ਆ ਰਹੇ ਨੇ ਹੁਣ ਮਾਰਕੀਟ ਦੇ ਵਿੱਚ, ਤੀਜਾ ਜਿਹੜਾ ਐਕਟ ਬਣੂਗਾ, ਉਹ ਤੀਜੇ ਐਕਟ 'ਚ ਕੰਟਰੈਕਟ ਫਾਰਮਿੰਗ ਹੋਏਗੀ। ਅੱਛਾ ਜੀ। ਕੰਟਰੈਕਟ ਫਾਰਮਿੰਗ ਨੂੰ ਉਹ ਕੀ ਕਹਿ ਰਹੇ ਨੇ ਕਿ ਜੀ ਇਹਦੇ 'ਚ ਅਸੀਂ ਕਿਸਾਨਾਂ ਨੂੰ ਹੱਕ ਦੇ ਰਹੇ ਹਾਂ, ਉਹਦੇ 'ਚ ਕਲਾਜ ਪਾਵਾਂਗੇ ਕਿਉਂਕਿ ਉਹਦੀ ਮਾਰਕੀਟ, ਉਹਨੂੰ ਪੈਸੇ ਇਨਸ਼ੋਰ ਕੀਤੇ ਜਾਣ। ਪਰ ਜੇਕਰ ਦੇਸ਼ ਦਾ ਤਜਰਬਾ ਦੇਖੋ, ਜਿਹੜੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪੰਜਾਬ ਨੇ ਤਾਂ ਉਹ ਲਾਗੂ ਨਹੀਂ ਕੀਤੀ, ਜਿਨ੍ਹਾਂ ਨੇ ਕੀਤੀ ਉਹਨਾਂ ਦਾ ਹਾਲ ਦੱਸੋ।
ਅਰਬਾਂ ਰੁਪਇਆ ਬੀਮਾ ਕੰਪਨੀਆਂ ਚੱਟ ਗਈਆਂ, ਨੁਕਸਾਨ ਦਾ ਪੈਸਾ ਨਹੀਂ ਦਿੱਤਾ। ਕਹਿੰਦੇ ਜੇ ਕੋਰਟ 'ਚ ਚਲੇ, ਇੱਕ ਗਰੀਬ ਕਿਸਾਨ 2, 2.5, 5 ਏਕੜ ਵਾਲਾ, ਉਹ ਕਿਹੜੇ ਕੋਰਟਾਂ 'ਚ ਧੱਕੇ ਖਾ ਦੇ ਐਡੇ ਵਕੀਲ ਤੇ ਐਡੇ ਕੰਪਨੀਆਂ ਨੇ, ਮਲਟੀਨੈਸ਼ਨਲ ਕੰਪਨੀਆਂ ਦੇ, ਉਹਨਾਂ ਮੁਕਾਬਲੇ ਇੱਕ ਕੋਰਟ 'ਚ ਸੁਣ ਸਕਦਾ ਕੋਈ? ਸਾਡੀਆਂ ਕੋਰਟਾਂ ਦਾ ਹਾਲ ਵੀ ਸਾਨੂੰ ਪਤਾ ਹੁਣ ਵੀ, ਜਦੋਂ ਤੁਸੀਂ ਲੈ ਕੇ ਜਦੋਂ ਮਜ਼ਦੂਰਾਂ ਬਾਰੇ ਸੁਪਰੀਮ ਕੋਰਟ ਜਾਂਦੇ ਨੇ, ਉਦੋਂ ਕਹਿੰਦੇ ਇਹਦਾ ਸਾਨੂੰ ਤਜਰਬਾ ਨਹੀਂ ਹੈ ਵੀ ਉਹਨਾਂ ਨੂੰ ਕਿਵੇਂ ਦੇਈਏ। ਸੜਕ ਤੇ ਰੇਲਵੇ ਟਰੈਕ ਤੇ ਨਾ ਤੁਰਨ, ਕਿੱਥੇ ਤੁਰਨ ਫਿਰ, ਜੇ ਤੁਸੀਂ ਛੱਡ ਕੇ ਨਹੀਂ ਆਉਂਦੇ ਉਹਨਾਂ ਨੂੰ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ? ਇਹ ਫੈਸਲਾ ਇਹ ਕਰ ਰਿਹਾ ਹੈ ਵੀ ਬਿਲਕੁਲ ਛੋਟਾ ਮਿਡਲਮੈਨ ਨਿਕਲ ਜਾਏਗਾ, ਠੀਕ ਹੈ ਗੱਲ, ਛੋਟਾ, ਪਰ ਕਾਰਪੋਰੇਟ ਮਿਡਲਮੈਨ ਆ ਜਾਏਗਾ। ਹੁਣ ਖੇਤੀ ਵੱਡੇ ਖੇਤਰ ਦੇ ਵਿੱਚ ਜਿਹੜੀ ਪਹਿਲਾਂ ਇੱਕ ਵਾਰ ਆਇਆ ਸੀ, ਬੜੀ ਮੱਛੀ ਖਾਂਦੀ ਸੀ, ਹੁਣ ਮਗਰਮੱਛ ਖਾਏਗਾ। ਹੁਣ ਰਿਲਾਇੰਸ ਆਪਣੇ ਸਟੋਰਾਂ ਤੇ ਮਾਲ ਇੱਥੇ ਵੱਡੇ ਪੱਧਰ ਤੇ ਖੇਤੀ ਕਰਾ ਕੇ ਲੈ ਕੇ ਜਾਊਗਾ, ਸਿੱਧਾ ਖੇਤ ਚੱਕ ਲਿਆ ਕਰੂਗਾ, ਸਿੱਧਾ ਚੱਕ ਲਿਆ ਕਰੇਗਾ। ਔਰ ਉਹ ਸਾਰਾ ਮਾਮਲੇ ਦੇ ਵਿੱਚ ਜਿਹਨੂੰ ਕਾਰਪੋਰੇਟ ਖੇਤੀ ਕਹਿੰਦੇ ਸੀ, ਹੁਣ ਤਾਂ ਆੜਤੀਆਂ ਨੇ ਵੀ ਬਹੁਤ ਸ਼ੋਸ਼ਣ ਕੀਤਾ ਹੈ, ਛੋਟੇ ਮਿਡਲਮੈਨ ਨੇ ਵੀ ਕੀਤਾ, ਐਸੀ ਗੱਲ ਨਹੀਂ। ਪਰ ਤੁਸੀਂ ਛੋਟੇ ਮਿਡਲਮੈਨ ਦੇ ਸ਼ੋਸ਼ਣ ਨੂੰ ਬੰਦ ਕਰਾਉਣ ਦੇ ਨਾਂ ਤੇ ਉਦੋਂ ਵੀ ਜ਼ਿਆਦਾ ਸ਼ੋਸ਼ਣ ਵਾਲਾ ਇੱਕ ਬੜਾ ਵੱਡੇ ਬੰਦੇ ਲਿਆ ਰਹੇ ਹੋ ਤੁਸੀਂ, ਕਿਸਾਨ ਨੂੰ ਫਾਇਦਾ ਨਹੀਂ ਦੇ ਰਹੇ। ਜਦਕਿ ਕਿਸਾਨ ਦੀ ਮੰਗ ਕੀ ਹੈ ਜਾਂ ਲੋਕਾਂ ਦੀ ਮੰਗ ਹੈ ਇਸ ਸਮੇਂ ਕੀ ਹੈ? ਕੋਰੋਨਾ ਵਾਇਰਸ ਕੀ ਕਹਿ ਰਿਹਾ ਹੈ? ਕੋਰੋਨਾ ਵਾਇਰਸ ਇਹ ਕਹਿ ਰਿਹਾ ਕਿ ਦੁੱਖ ਦੇ ਸਮੇਂ ਪਿੰਡ ਔਰ ਪੇਂਡੂ ਅਰਥ ਵਿਵਸਥਾ ਸਾਂਭੂਗੀ ਤੁਹਾਨੂੰ। ਛੋਟੀਆਂ ਦੁਕਾਨਾਂ ਨੇ ਸਾਂਭਿਆ, ਛੋਟੀਆਂ ਦੁਕਾਨਾਂ ਨੇ, ਛੋਟੇ ਕਿਸਾਨਾਂ ਨੇ, ਪਿੰਡਾਂ 'ਚ ਮਜ਼ਦੂਰ ਭਾਈਚਾਰਕ ਸਬਜ਼ੀਆਂ ਵੇਚਣ ਵਾਲਿਆਂ ਨੇ, ਆਪਸਦਾਰੀ ਨੇ ਸਾਂਭਿਆ। ਜੇ ਗਵਰਨਮੈਂਟ ਦੇ ਸਹਾਰੇ ਛੱਡ ਦਿੰਦੇ, ਉਹ ਤਾਂ ਪਹਿਲਾਂ ਹੀ ਹੱਥ ਖੜੇ, ਆਤਮ ਨਿਰਭਰ ਬਣ ਜਾਓ ਤਾਂ ਕਿੰਨੀਆਂ ਕਮੌਤਾਂ ਹੁੰਦੀਆਂ। ਔਰ ਇਹ ਕਹਿਣ ਨੂੰ ਆਤਮ ਨਿਰਭਰ ਭਾਰਤ ਹੈ, ਪਰ ਤੁਸੀਂ ਸੱਦਾ ਦੇ ਰਹੇ ਹੋ ਮਲਟੀਨੈਸ਼ਨਲ ਕੰਪਨੀਆਂ ਨੂੰ ਲਿਆ ਕੇ, ਸਾਰਾ ਕਿ ਤੁਸੀਂ ਸਾਂਭ ਲਓ, ਖੇਤੀ ਵੀ ਸਾਂਭ ਲਓ ਤੇ ਬਾਕੀ ਚੀਜ਼ਾਂ ਵੀ ਸਾਂਭ ਲਓ। 74% ਤਾਂ ਸਾਡੇ ਰੱਖਿਆ ਖੇਤਰ ਦੇ ਵਿੱਚ ਵਿਦੇਸ਼ੀ ਨਿਵੇਸ਼, ਬਿਲਕੁਲ ਸਾਰੇ ਖੇਤਰਾਂ 'ਚ। ਹੁਣ ਤਾਂ ਤੁਸੀਂ ਖੇਤੀ 'ਚ ਵੀ ਲਿਆ ਰਹੇ ਹੋ ਤੇ ਬਾਕੀ ਚੀਜ਼ਾਂ 'ਚ ਵੀ ਲਿਆ ਰਹੇ ਹੋ। ਖੇਤੀ ਅਜੇ ਬਚੀ ਹੋਈ ਸੀ ਥੋੜੀ ਜਿਹੀ, ਉਸ ਮਾਮਲੇ ਵੀ ਕਰਤਾ। ਔਰ ਇਹਦੇ ਨਾਲ ਜੇਕਰ ਇਹ ਹਾਲਤ ਹੁੰਦੀ ਹੈ ਪਿੰਡਾਂ ਦੀ, ਤਾਂ ਤੁਸੀਂ ਦੇਖ ਲਓ ਬੇਰੁਜ਼ਗਾਰੀ ਦੀ ਦਰ ਕਿੰਨੀ ਵੱਧ ਜਾਏਗੀ, ਜਿਹੜੀ ਮਾੜੀ ਮੋਟੀ ਖੇਤੀ ਨੇ ਸਾਂਭੀ ਹੋਈ। ਸਾਨੂੰ ਹੁਣ ਰੁਜ਼ਗਾਰ ਦੀ ਲੋੜ ਸੀ, ਸਾਨੂੰ ਪਿੰਡਾਂ 'ਚ ਪੈਸਾ ਇਨਵੈਸਟ ਕਰਨ ਦੀ ਲੋੜ ਸੀ, ਤਾਂ ਕਿ ਪਿੰਡਾਂ ਦੀ ਨੌਜਵਾਨ ਪੀੜ੍ਹੀ ਨੂੰ ਦੁਬਾਰਾ ਕਿਸਾਨੀ ਨਾਲ ਜੋੜਿਆ ਜਾਵੇ ਤੇ ਉੱਥੇ ਹੀ ਲੋਕਲ ਛੋਟੇ ਕਾਟੇਜ ਰੁਜ਼ਗਾਰ ਹੋਵੇ, ਪ੍ਰੋਸੈਸਿੰਗ ਯੂਨਿਟ ਹੋਣ, ਉੱਥੇ ਹੀ ਇੱਕ ਨਵੇਂ ਟਾਈਪ ਦਾ ਸਿਸਟਮ ਹੋਵੇ। ਇਹ ਅਜੇ ਵੀ ਸਿੱਖਣ ਦੀ ਬਜਾਏ ਆਪਣੇ ਉਸੇ ਪੁਰਾਣੇ ਢਰਰੇ ਤੇ ਚੱਲ ਰਹੇ ਨੇ। ਜਿਵੇਂ ਨਰਿੰਦਰ ਮੋਦੀ ਸਰਕਾਰ ਤਾਂ ਬਿਲਕੁਲ ਹੀ ਬੰਦ ਨਹੀਂ ਹੋਈ, ਨੋਟਬੰਦੀ ਦਾ ਕਿੰਨਾ ਲਾਸ ਹੋਇਆ, ਸਾਰੀ ਦੁਨੀਆ ਚੀਕ ਰਹੀ ਹੈ, ਪਰ ਉਹ ਕਹਿੰਦਾ ਠੀਕ ਹੈ। GST ਨੇ ਸਾਰੇ ਤਪਾਤੇ, ਉਹ ਕਹਿੰਦਾ ਜੀ ਇਹ ਤਾਂ ਠੀਕ ਹੈ। ਔਰ ਇਸੇ ਤਰ੍ਹਾਂ ਜਿਹੜਾ ਨਾਗਰਿਕ ਸੋਧ ਬਿੱਲ ਸੀ ਜਾਂ ਬਾਕੀ ਦਾ ਕਮਿਊਨਲ ਸਿਸਟਮ ਸੀ, ਸਾਰਾ ਕੁਝ ਸਾਡਾ ਸਹੀ ਹੈਗਾ, ਇਹਨੇ ਸਾਰਾ ਕੁਝ ਬਰਬਾਦ ਕੀਤਾ ਸੀ, ਸਾਰਾ ਸੋਸ਼ਲ ਫੈਬਰਿਕ ਤੋੜਤਾ ਸੀ। ਉਹ ਕਹਿੰਦੇ ਅਸੀਂ ਤਾਂ ਠੀਕ ਆ। ਐਵੇਂ ਹੀ ਇਸ ਮਾਮਲੇ 'ਚੋਂ ਕਹੀ ਜਾਂਦੇ ਨੇ ਵੀ ਇਹਨੇ ਬਰਬਾਦ ਕਰਤਾ ਤੁਹਾਡੀਆਂ ਪਾਲਿਸੀਆਂ ਨੇ ਕਿਸਾਨੀ ਖੇਤੀ, ਪਰ ਕਹਿੰਦੇ ਅਸੀਂ ਉਧਰ ਹੀ ਜਾਵਾਂਗੇ। ਔਰ ਫੈਡਰਲਿਜ਼ਮ ਦਾ ਸਟਰਕਚਰ ਤਾਂ ਉਦੋਂ ਹੀ ਤੋੜਤਾ ਸੀ ਜਦੋਂ ਜੰਮੂ ਕਸ਼ਮੀਰ ਯੂਟੀ 'ਚ ਬਦਲਤਾ ਤੁਸੀਂ। ਤੇ ਯੂਟੀ 'ਚ ਬਦਲਦੇ ਇੱਕ ਗੱਲ ਤੁਹਾਡੇ ਯਾਦ ਹੋਣੀ, ਉਦੋਂ ਸਾਰੇ ਕਹਿੰਦੇ ਰਹੇ ਵੀ ਮੁੜ ਕੇ ਪੰਜਾਬ ਦੀ ਵਾਰੀ ਹੈ। ਬਿਲਕੁਲ, ਆਪਾਂ ਵੀ ਚਰਚਾ ਕਰਦੇ ਰਹੇ ਹਾਂ, ਇਹ ਪੰਜਾਬ ਦੀ ਵਾਰੀ ਦਾ ਹਿੱਸਾ ਹੈ, ਇਹ ਵਾਰੀ ਦਾ ਹਿੱਸਾ ਹੈ। ਇਹ ਬਸ ਐ ਨਹੀਂ ਕਿਹਾ ਜਾਏਗਾ ਤੁਸੀਂ ਯੂਟੀ ਹੋ। ਗੱਲ ਕੇਵਲ ਇਹ ਹੋਗੀ ਕਿ ਸੂਬਾ ਸਰਕਾਰ ਹੁਣ ਅੱਗੇ ਲਈ ਕੇਵਲ ਕੇਂਦਰ ਦੇ ਪ੍ਰੋਜੈਕਟ ਤੇ ਸਕੀਮਾਂ ਨੂੰ ਲਾਗੂ ਕਰਨ ਵਾਲੀ ਏਜੰਸੀ ਬਣ ਕੇ ਰਹਿ ਜਾਏਗੀ, ਉਹਦੇ ਹੱਥ ਦੀ ਕਠਪੁਤਲੀ ਬਣ, ਹੋਰ ਕੋਈ ਨਹੀਂ ਹੈ। ਮਤਲਬ ਹੁਣ ਇੰਡੀਪੈਂਡੈਂਟ ਸਰਕਾਰ ਨਹੀਂ ਕਿ ਮੈਂ ਚੀਫ ਮਿਨਿਸਟਰ ਹਾਂ, ਤੁਸੀਂ ਟੈਕਸ ਆਪਦਾ ਨਹੀਂ ਲਾ ਸਕਦੇ ਨਾ ਹਟਾ ਸਕਦੇ ਹੋ, ਕਿਉਂਕਿ GST ਨੇ ਜਿੰਨੇ ਤੇ ਲਾਤਾ। ਸਰਕਾਰਾਂ ਕੋਲ ਕੀ ਹੁੰਦਾ? ਇਹੀ ਹੁੰਦਾ। ਤੇ ਤੁਸੀਂ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ 'ਚ NIA ਲਾਇਆ, ਉਹ ਤੁਹਾਡੇ ਕੋਲ ਹੈ। ਖੇਤੀ ਤੁਹਾਡੀ ਸੀ, ਉਹ ਚਲੀ ਗਈ। ਜ਼ਮੀਨ ਦੀ ਮਾਲਕੀਅਤ ਤੁਹਾਡੀ ਸੀ, ਉਹ ਉਸ ਪਾਸੇ ਵੱਲ ਚਲੀ ਗਈ। ਮੰਡੀ ਅੰਦਰ ਤੁਹਾਡੇ ਤੁਸੀਂ ਕੰਟਰੋਲ ਕਰਦੇ ਸੀ, ਉਹ ਚਲੀ ਗਈ। ਔਰ ਇਹਦਾ ਪੰਜਾਬ ਨੂੰ ਲਾਸ ਇਸ ਪੱਧਰ ਤੇ ਹੋਣਾ, ਜਿਹੜੇ 14.5% ਪੰਜਾਬ ਦੇ ਕਿਸੇ ਨਾ ਕਿਸੇ ਰੂਪ 'ਚ ਖਜ਼ਾਨੇ 'ਚ ਜਾਂਦਾ ਹੈ, ਚਾਹੇ ਉਹ ਬੈਟ ਦੇ ਰੂਪ 'ਚ ਜਾਂਦਾ ਹੈ, ਮੰਡੀ ਫੀਸ ਦੇ ਰੂਪ 'ਚ ਆਉਂਦਾ, ਰੂਰਲ ਡਿਵੈਲਪਮੈਂਟ ਫੀਸ 'ਚ ਜਾਂਦਾ ਹੈ। ਔਰ ਇਹ ਇੱਕ ਤਾਂ ਇਹਦੇ ਨਾਲ ਰੱਦ ਹੋ ਜਾਏਗਾ ਜੀ, ਕਿਉਂਕਿ ਜਦ ਖੁੱਲੀ ਮੰਡੀ ਦਾ ਸਿਧਾਂਤ ਆ ਗਿਆ, ਪ੍ਰਾਈਵੇਟ ਪਲੇਅਰ ਨਹੀਂ ਦੇਵੇਗਾ। ਵੈਸੇ ਹੀ ਜਿਹੜਾ ਕਾਨੂੰਨੀ ਮਾਹਰ ਨੇ ਦੇਸ਼ ਦੇ, ਇਹਨਾਂ ਦੇ ਸਰਕਾਰ ਦੇ ਸੋਲਿਸਿਟਰ ਜਨਰਲ ਟਾਈਪ, ਉਹਨਾਂ ਨੇ ਇਹ ਸਿਫਾਰਿਸ਼ ਕਰਤੀ ਹੈ ਕਿ ਇਹ ਜਿਹੜਾ ਖਰੀਦ ਤੇ ਪੈਸੇ ਲਏ ਜਾ ਰਹੇ ਨੇ ਸਟੇਟ ਗਵਰਨਮੈਂਟ ਵੱਲੋਂ, ਇਹ GST ਦੇ ਕਾਨੂੰਨ ਦੇ ਖਿਲਾਫ ਹੈ। ਇਹਦਾ ਮਤਲਬ ਅੱਗੇ ਨੂੰ ਬੰਦ ਹੋ ਰਿਹਾ ਹੈ ਢਾਂਚਾ। ਤੇ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਇਹ ਬਹੁਤ ਖਤਰਨਾਕ ਇੱਕ ਰੁਝਾਨ ਵਿਕਸਿਤ ਹੋਇਆ। ਬਿਲਕੁਲ, ਹਮੀਰ ਸਿੰਘ ਭਾਜੀ ਹੋਰਾਂ ਦਾ ਜਿਵੇਂ ਕਹਿਣਾ ਕਿ ਖਤਰਨਾਕ ਰੁਝਾਨ ਵੱਲ ਵੱਧ ਗਏ ਆ। ਹੁਣ ਪੰਜਾਬ ਕੀ ਦੇਸ਼ ਦਾ ਕੋਈ ਵੀ ਸੂਬਾ ਆਪਣੇ ਫੈਸਲੇ ਆਪ ਨਹੀਂ ਲੈ ਪਾਏਗਾ। ਇਹਦਾ ਮਤਲਬ ਅਸੀਂ ਕੇਂਦਰ ਦੀਆਂ ਕਠਪੁਤਲੀਆਂ ਬਣਨ ਜਾ ਰਹੇ ਹਾਂ। ਪਰ ਇਹਦੇ ਵਿੱਚ ਜਿਹੜੇ ਨੁਕਤਿਆਂ ਤੋਂ ਉਹਨੇ ਗੱਲ ਕੀਤੀ, ਜਿਹੜੇ ਨੀਤੀ ਆਯੋਗ ਦੇ ਹਵਾਲੇ ਨਾਲ ਗੱਲ ਕੀਤੀ, ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਹਵਾਲੇ ਨਾਲ ਗੱਲ ਕੀਤੀ, ਕੁਝ ਅੰਕੜਿਆਂ ਦੇ ਹਵਾਲੇ ਨਾਲ ਗੱਲ ਕੀਤੀ, ਹੋ ਸਕਦਾ ਹੈ ਕੁਝ ਵੱਡੀਆਂ ਗੱਲਾਂ ਸਾਡੇ ਸਧਾਰਨ ਬੁੱਧੀ ਤੱਕ ਨਾ ਵੀ ਪਹੁੰਚ ਪਾਉਣ। ਤਾਂ ਮੈਂ ਬੜੇ ਸਿੱਧੇ ਜਿਹੇ ਲਫ਼ਜ਼ਾਂ 'ਚ ਹਮੀਰ ਸਿੰਘ ਭਾਜੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਖੁੱਲ੍ਹਾ ਬਾਜ਼ਾਰ ਹੈ, ਕੀ ਇਹਦਾ ਮਤਲਬ ਇਹ ਨਹੀਂ ਗਾ ਕਿ ਹੁਣ ਕਿਸਾਨ ਆਪਣੀ ਉਪਜ ਲੈ ਕੇ ਕੱਲ੍ਹ ਨੂੰ ਚੰਡੀਗੜ੍ਹ ਵੇਚ ਆਵੇ, ਕੱਲ੍ਹ ਨੂੰ ਅੰਬਾਲੇ ਵੇਚ ਆਵੇ, ਕੱਲ੍ਹ ਨੂੰ ਕਿਸੇ ਮੰਡੀ ਦੇ ਵਿੱਚ ਵੇਚ ਆਵੇ, ਕਿ ਉਹਨੂੰ ਵੱਧ ਫਾਇਦਾ ਹੋਏਗਾ ਜਾਂ ਨੁਕਸਾਨ। ਛੋਟੇ
ਛੋਟੇ ਹਵਾਲੇ ਨਾਲ, ਕਿਉਂਕਿ ਕੱਲਾ ਸਾਡਾ ਝੋਨਾ ਤੇ ਕਣਕ ਹੀ ਸੀ ਜਿਹੜੀ ਸਰਕਾਰ ਸਿੱਧੀ ਖਰੀਦੀ ਸੀ, ਬਾਕੀ ਪਹਿਲਾਂ ਵੀ ਬਾਜ਼ਾਰਾਂ 'ਚ ਵਿਕਦਾ ਸੀ। ਕਿ ਇਹ ਵੀ ਉਦਾਂ ਹੀ ਵਿਕੇਗਾ, ਉਹਦਾ ਫਾਇਦਾ ਹੋਵੇਗਾ ਜਾਂ ਨੁਕਸਾਨ, ਕੱਲੇ ਹਵਾਲੇ ਨਾਲ। ਪਰ ਸਮਾਂ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਪਰਤ ਕੇ ਆਪਾਂ ਜਾਣਨਾ ਚਾਹਾਂਗੇ ਇਸ ਹਿਸਾਬ ਨਾਲ ਕਿ ਹੁਣ ਅਸੀਂ ਆਪਣੀਆਂ ਗਾਜਰਾਂ, ਕਿ ਆਪਣੀ ਗੋਭੀ, ਕਿ ਟਮਾਟਰ ਜਿਵੇਂ ਮੰਡੀ 'ਚ ਵੇਚਦੇ ਸੀ, ਕਿ ਉਹ ਹੁਣ ਡਾਇਰੈਕਟ ਵਿਕੇਗਾ, ਉਹਦੇ ਵਿੱਚੋਂ ਆੜ੍ਹਤੀਆ ਹਟ ਜਾਏਗਾ, ਉਹਦਾ ਫਾਇਦਾ ਹੋਣਾ ਕਿਸਾਨ ਨੂੰ ਜਾਂ ਹੋਰ ਕਿਵੇਂ ਨੁਕਸਾਨ ਹੋਣਾ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਸਮਾਂ ਇੱਕ ਬ੍ਰੇਕ ਦਾ। ਹੁਣ ਇਹ ਪਰਤ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਹਮੀਰ ਸਿੰਘ ਭਾਜੀ ਤੋਂ ਸਧਾਰਨ ਸ਼ਬਦਾਂ 'ਚ ਵੀ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਭਾਜੀ, ਇੱਕ ਅਸੀਂ ਬਚਪਨ ਤੋਂ ਪੜ੍ਹਦੇ ਹੁੰਦੇ ਸੀ ਮੰਗ ਤੇ ਸਪਲਾਈ, ਹੈ ਨਾ, ਕਿ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ, ਉਹਦੀ ਮੰਗ ਤੇ ਪੂਰਤੀ। ਹੁਣ ਜੇਕਰ ਡਿਮਾਂਡ ਵੱਧ ਆ ਤੇ ਸਪਲਾਈ ਘੱਟ ਆ ਤਾਂ ਚੀਜ਼ ਦਾ ਮੁੱਲ ਵੱਧ ਜਾਂਦਾ। ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਉਨੀ ਕਣਕ ਚੱਕ ਲੈਣੀ ਆ, ਉਹਨਾਂ ਝੋਨਾ ਚੱਕ ਲੈਣਾ ਜਿੰਨੀ ਉਹਦੀ ਦੇਸ਼ 'ਚ ਲੋੜ ਹੈ। ਉਹ ਤੋਂ ਬਾਅਦ ਜੇ ਖੁੱਲੀ ਮੰਡੀ 'ਚ ਵਿਕਣਾ ਤਾਂ ਇਹਦਾ ਮਤਲਬ ਤਾਂ ਕੌਡੀਆਂ ਦੇ ਭਾਅ ਮੁੱਲ ਲੱਗੇਗਾ ਉਹਦਾ। ਇੱਕ ਤਾਂ ਇਹ ਸਵਾਲ ਕਿ ਫਿਰ ਉਹਦਾ ਕੀ ਬਣੇਗਾ ਉਹ ਕਿਸਾਨ ਦਾ। ਦੂਜਾ, ਜਿਹੜੇ ਬਦਲਮੀਆਂ ਦੀ ਗੱਲ ਕਰਦੇ ਨੇ, ਜੇ ਹੁਣ ਅਸੀਂ ਗਾਜਰਾਂ ਬੀਜ ਲੀਆਂ, ਪਿਆਜ਼ ਬੀਜ ਲਏ, ਆਲੂ ਬੀਜ ਲਏ, ਗੋਭੀ ਬੀਜ ਲਈ, ਫਿਰ ਉਹਨੂੰ ਪਹਿਲਾਂ ਵੀ ਖੁੱਲੀ ਮੰਡੀ 'ਚ ਵਿਕਦਾ ਸੀ ਉਹ, ਕਿ ਹੁਣ ਉਹਦੇ ਵਿੱਚੋਂ ਆੜ੍ਹਤੀ ਹਟ ਜਾਏਗਾ, ਕਿਸਾਨ ਆਪ ਡਾਇਰੈਕਟ ਆਪਣੀ ਚੀਜ਼ ਦਾ ਮੁੱਲ ਤੈਅ ਕਰੇਗਾ, ਜਾਂ ਇਹਦੇ ਵਿੱਚ ਵੀ ਕੋਈ ਧੋਖਾ ਜਾਂ ਉੱਲ ਹੈ? ਇਹਨਾਂ ਦੋਨਾਂ ਗੱਲਾਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਚਰਚਾ 'ਚ ਨੇ, ਕੋਈ ਨਵੀਂ ਗੱਲ ਹੈ ਨਹੀਂ ਹੈ। ਪਰ ਉਹਦੇ 'ਚ ਸਭ ਤੋਂ ਬੜੀ ਗੱਲ ਇਹ ਹੈ ਕਿ ਜੇਕਰ ਅਸੀਂ ਇਹ ਕਹਿੰਦੇ ਆ ਕਿ ਇਹ ਦੋਨੇ ਫਸਲਾਂ ਨੇ ਬਾਕੀ ਦੀਆਂ ਫਸਲਾਂ, ਬਾਕੀ ਤਾਂ ਬਿਹਾਰ ਯੂਪੀ ਦੀ ਉਦਾਹਰਨ ਵੀ ਦੁਨੀਆ ਦੀ ਵੀ ਦੇਣ ਦੀ ਲੋੜ ਨਹੀਂ। ਜੀ ਐਤਕੀ ਉਹ ਸਾਡੇ ਕਿਸਾਨਾਂ ਨੇ ਮਿਰਚਾਂ, ਸ਼ਿਮਲਾ ਮਿਰਚ ਸੜਕਾਂ ਤੇ ਸੱਟੀਆਂ ਨੇ, ਠੀਕ ਹੈ। ਆਲੂ ਜਦੋਂ ਬਰਬਾਦ ਹੋ ਜਾਂਦਾ ਉਹ ਸਟੋਰਾਂ 'ਚੋਂ ਲੈਣ ਨਹੀਂ ਜਾਂਦਾ। ਮਿਰਚ ਜਿਹੜੀ ਤੋੜੀ ਜਾ ਰਹੀ ਹੈ 3 ਰੁਪਏ ਉਹਦੀ ਤੁੜਾਈ ਹੈ ਤੇ 4 ਰੁਪਏ ਤੁੜਾਈ ਹੈ ਤੇ 3 ਰੁਪਏ ਉਹ ਵਿਕ ਰਹੀ ਹੈ ਨਾ। ਆਪਾਂ ਸਾਰੇ ਦੇਖ ਰਹੇ ਹਾਂ ਜਿਨ੍ਹਾਂ ਨੇ ਵੀ ਬਦਲਵੀਂ ਖੇਤੀ ਸਟਾਰਟ ਕੀਤੀ, ਉਹ ਬਦਲਵੀਂ ਖੇਤੀ ਕਦੇ ਪੈਸਾ ਦਿੰਦੀ ਹੈ ਤੇ ਯਕੀਨ ਕੋਈ ਨਹੀਂ, ਗਰੰਟੀ ਕੋਈ, ਬਹੁਤੀ ਵਾਰੀ ਉਹ ਨੁਕਸਾਨ ਕਰਕੇ ਚਲੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਕਿ ਜੇਕਰ ਖੁੱਲੀ ਮੰਡੀ ਇੰਨਾ ਹੀ ਚੰਗੀ ਉਸ ਲੈਵਲ ਤੇ ਹੋਵੇ ਤਾਂ ਫਿਰ ਜਿਹੜੀ ਡਾਈਵਰਸਿਫਿਕੇਸ਼ਨ ਵੀ ਆਪਣੇ ਕਰਦੇ ਰਹੇ ਪੰਜਾਬ ਦੇ ਵਿੱਚ 1985 ਤੋਂ ਲੈ ਕੇ ਜੌਲ ਕਮੇਟੀ ਦੀ ਰਿਪੋਰਟ ਤੋਂ ਬਾਅਦ ਕਿਉਂ ਨਹੀਂ ਹੋਈ? ਇਸੇ ਕਰਕੇ ਨਹੀਂ ਹੋਈ ਕਿ ਕਣਕ ਤੇ ਝੋਨੇ ਦੀ ਖਰੀਦ ਦੀ ਵੀ ਗਰੰਟੀ ਹੈ ਤੇ ਰੇਟ ਦੀ ਵੀ ਗਰੰਟੀ ਹੈ। ਬਾਕੀ ਫਸਲਾਂ ਦੀ ਕਿਸੇ ਦੀ ਨਾ ਰੇਟ ਦੀ ਗਰੰਟੀ ਹੈ ਨਾ ਖਰੀਦ ਦੀ ਗਰੰਟੀ। ਫਿਰ ਉਹਨੂੰ ਲਿਆਉਣ ਲਈ ਕਿਉਂ ਨਹੀਂ ਕੋਸ਼ਿਸ਼ ਹੁੰਦੀਆਂ? ਉਹ ਅਸਲ 'ਚ ਮੰਗ ਤਾਂ ਸਗੋਂ ਇਹ ਹੈ ਉਲਟੀ ਕਿ ਉਹਨਾਂ ਦੀ ਵੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਕਰੋ, ਤੈਅ ਹੋਵੇ ਕਿ ਆਲੂ ਇਸੇ ਭਾਅ ਨਾਲ ਖਰੀਦਣ। ਵੀ ਇੰਨੇ ਤੋਂ ਉੱਪਰ ਮਾਰਕੀਟ 'ਚ ਚਿਪਸ ਦਾ ਪੈਕਟ ਦਾ ਫਿਕਸ ਹੈ ਕਿ ਤੁਸੀਂ 20 ਦਾ ਖਰੀਦਣਾ ਉਹਦਾ 25 ਵੀ ਹੋ ਜਾਂਦਾ, ਪਰ ਕਿਸਾਨ ਦਾ ਆਲੂ ਦਾ ਰੇਟ ਗਿਰਦਾ ਰਹਿੰਦਾ। ਉਹ ਗਿਰਦਾ ਰਹਿੰਦਾ, ਕੋਈ ਨਹੀਂ ਉਹਨੂੰ ਪੁੱਛਦਾ। ਇੱਕ ਮਿਨੀਮਮ ਰੇਟ ਤੁਸੀਂ ਤੈਅ ਕਰ ਦਿਓ, ਜੇ ਮਾਰਕੀਟ ਦੇ ਵਿੱਚ ਓਪਨ ਜ਼ਿਆਦਾ ਮਿਲਦਾ ਤਾਂ ਕਿਸਾਨ ਨੂੰ ਦਿਓ, ਤੇ ਜੇ ਨਹੀਂ ਮਿਲਦਾ ਵੀ ਜੇ ਇਦੋਂ ਹੇਠਾਂ ਨਹੀਂ ਤੈਨੂੰ ਜਾਣ ਦਿੰਦੇ। ਘੱਟੋ ਘੱਟ ਪ੍ਰਾਈਸ ਦਾ ਮਤਲਬ ਇਹ ਹੁੰਦਾ ਕਿ ਇਹ ਤਾਂ ਉਤਪਾਦਨ ਲਾਗਤ ਹੈ, ਇਦੋਂ ਵੱਧ ਮਤਲਬ ਜਿਉਇਆ ਨਹੀਂ ਜਾ ਸਕਦਾ। ਇੱਕ ਫੇਅਰ ਪ੍ਰਾਈਸ ਹੁੰਦੀ ਹੈ ਜਿਹਦੇ 'ਚ ਥੋੜਾ ਬਹੁਤ ਉਸ ਲੈਵਲ ਤੇ ਹੈ। ਔਰ ਇਹਦੇ ਨਾਲ ਦੀ ਨਾਲ ਇੱਕ ਗੱਲ ਇਹ ਹੈ, ਦੂਜੀ ਗੱਲ ਕਿ ਕੀ ਇਹਦੇ 'ਚ ਆੜ੍ਹਤੀਏ ਹਟ ਜਾਣਗੇ ਜਾਂ ਬਾਕੀ ਦੇ ਬੰਦੇ ਉਹ ਕਿਵੇਂ ਵੇਚਣਗੇ, ਜਾਂ ਕਿਸਾਨ ਆਪਣੇ ਆਪ ਲੈ ਕੇ ਚਲਾ ਜਾਊਗਾ ਮੰਡੀ ਦੇ ਵਿੱਚ ਸਾਰੇ ਦਾ ਸਾਰਾ। ਔਰ ਕਿਸਾਨ ਪ੍ਰੋਡਿਊਸਰ ਹੈ ਅਸਲ 'ਚ, ਉਹ ਪੈਦਾ ਕਰਦਾ ਹੈ। ਦੂਜੀ ਗੱਲ, ਖੇਤੀ ਦੂਜੀਆਂ ਫਸਲਾਂ ਨਾਲ ਮਿਲਾਈ ਨਹੀਂ ਜਾ ਸਕਦੀ, ਇਹ ਤਾਂ ਵਰਲਡ ਬੈਂਕ ਵੀ ਕਹਿੰਦੇ। ਕਿਉਂ? ਕਿਉਂਕਿ ਇਹਨੇ ਖਰਾਬ ਹੋ ਜਾਣਾ ਹੁੰਦਾ, ਬਹੁਤਾ ਸਮਾਂ ਰੱਖ ਨਹੀਂ ਸਕਦੇ ਤੁਸੀਂ ਇਹ ਇਸ ਲੈਵਲ ਦੀ। ਠੀਕ ਹੈ। ਤੀਜੀ ਗੱਲ, ਇਹਦੇ ਤੇ ਮੰਗ ਤੇ ਪੂਰਤੀ ਲਾਗੂ ਨਹੀਂ ਕੀਤਾ ਜਾ ਸਕਦਾ ਉਵੇਂ ਜਿਵੇਂ ਬਾਕੀ ਤੇ ਕਰਦੇ। ਉਹਦਾ ਕਾਰਨ ਹੈ ਇਹ ਫੈਕਟਰੀ ਨਹੀਂ ਹੈ, ਇਹ ਫੈਕਟਰੀ ਨਹੀਂ ਹੈ। ਉਹਦਾ ਕਾਰਨ ਹੈ ਕਿ ਖੇਤੀ ਜਿਉਣ ਲਈ ਜ਼ਰੂਰੀ ਹੈ। ਜਿੰਨਾ ਕਰੋੜਾਂ ਮਜ਼ਦੂਰ ਜਾ ਰਿਹਾ ਹੈ ਜੀ, ਤੇ ਤੁਸੀਂ ਕਹਿੰਦੇ ਹੋ ਵੀ ਬਹੁਤ ਫਸਲ ਪਈ ਹੈ, ਜੇ ਮੰਗ ਤੇ ਪੂਰਤੀ, ਮੰਗ ਬਹੁਤ ਹੈ, ਜੇਬ 'ਚ ਪੈਸਾ ਹੀ ਨਹੀਂ ਹੈ, ਪੈਸੇ ਨੂੰ ਕਲੂ ਕਿੱਥੋਂ ਮਰ ਸਕਦਾ ਹੈ। ਇਹ ਨਹੀਂ ਹੈ ਕਿ ਉਹਦੀ ਲੋੜ ਨਹੀਂ ਹੈ, ਇਹ ਤਾਂ ਬਹੁਤ ਜ਼ਰੂਰੀ ਹੈ ਜਿਉਂਦਾ ਰਹਿਣ ਲਈ। ਉਹਦੀ ਜੇਬ 'ਚ ਪੈਸੇ ਕਿਉਂ ਪਾਏਗਾ? ਫਿਰ ਸਰਕਾਰਾਂ ਮਦਦ ਕਰਦੀਆਂ। ਸਰਕਾਰਾਂ ਕਾਹਦੇ ਲਈ ਨੇ ਫਿਰ? ਸਰਕਾਰਾਂ ਇਸ ਕੰਮ ਲਈ ਨੇ ਕਿ ਆਪ ਪੂਰੇ ਰੇਟ ਤੇ ਖਰੀਦ ਲੈਣ। ਜਿਹੜਾ ਬਹੁਤ ਗਰੀਬ ਸੈਕਸ਼ਨ ਹੈ, ਜਿਹੜੇ ਉਹਦੇ ਨਾਗਰਿਕ ਨੇ, ਉਹਨਾਂ ਦੇ ਘਰ ਪਹੁੰਚਾਉਣ ਤਾਂ ਕਿ ਤੰਦਰੁਸਤ ਸਮਾਜ ਇੱਕ ਰਹੇ, ਬੰਦੇ ਐ ਮਰਨ ਨਾ। ਹੁਣ ਸਰਕਾਰ ਉਹਦੇ ਚੋਂ ਹੱਥ ਖਿੱਚਣਾ ਚਾਹੁੰਦੀ ਹੈ, ਵੈਸੇ ਹੀ ਖਿੱਚ ਲਿਆ ਤੁਸੀਂ ਦੇਖੋ ਮਜ਼ਦੂਰਾਂ ਤੋਂ। ਬਿਲਕੁਲ, ਮਜ਼ਦੂਰਾਂ ਦਾ ਹੱਥ ਖੜਾ ਕਰਦਾ। ਕੇਂਦਰ ਸਰਕਾਰ ਕਹਿੰਦੀ ਹੈ ਮੈਂ ਟ੍ਰੇਨਦਾਰ ਪੈਸਾ ਨਹੀਂ ਦੇਵਾਂਗੀ, ਉਹ ਵੀ ਬੜੀ ਲੇਟ ਆ ਕੇ ਸੋਨੀਆ ਗਾਂਧੀ ਦਖਲਅੰਦਾਜ਼ੀ ਨਾਲ ਇਹ ਕਾਂਗਰਸ ਗਵਰਨਮੈਂਟਾਂ ਦੇਣ ਲੱਗੀਆਂ ਨੇ। ਉਧਰ ਨਤੀਸ਼ ਕੁਮਾਰ ਕਹਿੰਦਾ ਮੈਂ ਨਹੀਂ ਦੇਵਾਂਗਾ, ਬੜਨ ਨਹੀਂ ਦੇਣੇ। ਹੁਣ ਵੀ ਕੱਲ ਵੀ ਜੋ ਕੁਝ ਹੋਇਆ, ਇੱਕ ਸਟੇਟ ਤੋਂ ਦੂਜੇ ਸਟੇਟ ਨੂੰ ਵਾਪਸ ਭੇਜੀ ਜਾਓ। ਤੁਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਘਰ ਨਹੀਂ ਜਾ ਸਕਦੇ, ਨਾਗਰਿਕਾਂ ਨੂੰ ਆਪਣੇ ਘਰ ਨਹੀਂ। ਤੁਸੀਂ ਨਾਗਰਿਕ ਕਿੱਥੇ ਹੋ? ਨਾਗਰਿਕ ਉਹਨਾਂ ਨੂੰ ਅਸੀਂ ਮੰਨਦੇ ਹੀ ਨਹੀਂ। ਉਹ ਕਹਿੰਦੇ ਹਮੀਰ ਸਿੰਘ ਜੀ, ਇੱਕੋ ਇੱਕ ਰੋਜ਼ ਫਰਮਾਨ ਆਉਂਦਾ ਮੋਦੀ ਜੀ ਦਾ ਕਿ ਘਰ 'ਚ ਰਹੋ, ਤੇ ਉਹਨਾਂ ਨੂੰ ਆਪਣੇ ਹੀ ਘਰ ਜਾਣ ਨਹੀਂ ਦਿੱਤਾ। ਨਹੀਂ, ਨਾਲੇ ਉਹਨਾਂ ਨੂੰ ਨਾ ਘਰ 'ਚ ਜਾਣ ਦਿੱਤਾ, ਬਹੁਤ ਹਜ਼ਾਰਾਂ ਬੰਦਾ ਤਾਂ ਲੱਖਾਂ ਇਹ ਕਹਿ ਰਿਹਾ ਮੇਰਾ ਘਰ ਕਿੱਥੇ ਹੈ, ਮੋਦੀ ਜੀ ਘਰ ਪਾ ਕੇ ਦੇ ਦਿਓ। ਘਰ ਹੈ ਹੀ ਨਹੀਂ। ਬਿਲਕੁਲ। ਔਰ ਇਹ ਜਿਹੜੇ ਸਵਾਲ ਨੇ
ਕਿ ਮੰਗ ਤੇ ਪੂਰਤੀ ਇਹ ਫ੍ਰੀ ਮੰਡੀ ਦਾ ਸਿਧਾਂਤ ਹੈ ਕੱਲਾ ਜੀ। ਮੰਗ ਤੇ ਪੂਰਤੀ 'ਚ ਜਦੋਂ ਸੰਤੁਲਨ ਨਹੀਂ ਰਹਿੰਦਾ ਉਦੋਂ ਸਰਕਾਰਾਂ ਇਸੇ ਕਰਕੇ ਚੁਣੀਆਂ ਜਾਂਦੀਆਂ ਨੇ ਕਿ ਉਹ ਬਫਰ ਬਣਨ, ਬਿਲਕੁਲ ਵਿੱਚ ਖੜੀਆਂ ਹੋਣ। ਜੇ ਉਹਦੀ ਜ਼ਿਆਦਾ ਲੁੱਟ ਕੋਈ ਕਰਦਾ ਹੈ ਉਦੋਂ ਜ਼ਿਆਦਾ ਰੇਟ ਕੋਈ ਦਿੰਦਾ ਹੈ। ਖੇਤੀ ਦੇ ਰੇਟਾਂ ਤੇ ਤਾਂ ਤੁਸੀਂ ਇੱਕ ਕਮਿਸ਼ਨ ਬਣਾਤਾ ਹੈ, ਬਿਲਕੁਲ ਠੀਕ ਹੈ, ਜਿਹਦਾ ਇੱਕ ਤੁਸੀਂ ਕ੍ਰਾਈਟੇਰੀਆ ਇਹ ਬਣਾਤਾ ਕਿ ਤੂੰ ਮਹਿੰਗਾਈ ਦਾ ਵੀ ਖਿਆਲ ਰੱਖਣਾ, ਜ਼ਿਆਦਾ ਨਾ ਹੋ ਜੇ ਤੂੰ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਦੇ ਰੇਟ ਨੇ ਉਹਨਾਂ ਨਾਲ ਵੀ ਇੱਕ ਬੈਲੈਂਸ ਰੱਖਣਾ। ਇਹਦਾ ਮਤਲਬ ਕੀ ਹੈ ਕਿ ਉਹ ਸਾਰਾ ਘਾਟਾ ਕਿਸਾਨ ਦੇ ਨਾਲ ਚੱਲੇ, ਉਹ ਫਿਰ ਪੂਰੇ ਸਰਕਾਰ ਜਾਂ ਤਾਂ ਚੱਲੇ ਜਾਂ ਸਮਾਜ ਸਾਰਾ ਰਲ ਕੇ ਚੱਲੇ, ਉਹ ਕੱਲਾ ਕਿਸਾਨ ਇੱਕ ਧਿਰ ਕਿਉਂ ਚੱਲੇ। ਇਸ ਕਰਕੇ ਇਹ ਹੈ ਕਿ ਢਿੱਡ ਵੀ ਭਰੇ, ਤੁਹਾਡਾ ਪੈਦਾ ਵੀ ਕਰੇ ਤੁਹਾਡੇ ਲਈ। ਜਿਹੜਾ ਤੁਸੀਂ ਮੰਗ ਤੇ ਪੂਰਤੀ ਤੇ ਦੀ ਗੱਲ ਲੈ ਕੇ ਗਵਰਨਮੈਂਟ ਕਹਿੰਦੀ ਹੈ ਨਾ ਵੀ ਹੁਣ ਤੁਸੀਂ ਬਿਹਾਰ 'ਚ ਵੇਚ ਦਿਆ ਕਰੋ ਸਿੱਧੀ ਟਰਾਲੀ। ਇੱਕ ਸੁਪਨਾ ਮੈਂ ਬਹੁਤ ਦੇਰ ਦਾ ਸੁਣਦਾ, ਜਦੋਂ ਇੱਕ ਵਾਰ ਇਲੈਕਸ਼ਨ ਸੀ, ਇਹ ਸ਼ਾਇਦ ਇਲੈਕਸ਼ਨ 85 ਵਾਲੀ ਸੀ। ਅੱਛਾ ਜੀ। ਉਹ ਕਹਿੰਦੇ ਜੀ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਤੋਂ ਸਬਜ਼ੀਆਂ ਭਰੀਆਂ ਹੋਣਗੀਆਂ, ਕਿਸਾਨ ਉੱਪਰ ਬੈਠਾ ਹੋਇਆ ਕਰੇਗਾ ਹਵਾਈ ਜਹਾਜ਼ ਦੇ ਵਿੱਚ, ਫਿਰ ਲੰਡਨ ਵੇਚ ਕੇ ਆਇਆ ਕਰੂਗਾ। ਉਹ ਬੰਦੇ ਵਿਚਾਰੇ ਰੈਲੀ 'ਚ ਬੈਠੇ ਲੀਡਰਾਂ ਦੀਆਂ ਭਾਸ਼ਣ ਸੁਣ ਕੇ ਇਹ ਮਹਿਸੂਸ ਕਰਨ ਲੱਗ ਜਾਂਦੇ ਜਿਵੇਂ ਜਹਾਜ਼ ਤੇ ਬੈਠੇ ਸਬਜ਼ੀ ਲੈ ਕੇ ਚੱਲੇ ਆ। ਤੇ ਉਹਨਾਂ ਨੂੰ ਮਾਰਕੀਟ ਦੇ ਇਹੋ ਜਿਹੇ ਖੁਸ਼ਕ ਢਾਂਚੇ ਦਾ ਪਤਾ ਨਹੀਂ ਕਿ ਕਿਸਾਨ ਤਾਂ ਭੋੜਾ ਬੰਦਾ, ਉਹ ਤਾਂ ਕਹਿੰਦਾ ਮੰਡੀ 'ਚ ਮੈਂ ਸੁੱਟ ਕੇ ਆਉਣਾ ਫਸਲ, ਉਹ ਕਦੇ ਵੀ ਨਹੀਂ ਵੇਚ ਕੇ ਆਇਆ, ਤਾਂ ਕਹਿੰਦਾ ਕਣਕ ਸੁੱਟਣ ਚੱਲਿਆ। ਔਰ ਇਹ ਉਹਦੀ ਤੁਸੀਂ ਭੋਲੇਪਣ ਦਾ ਤੇ ਉਹਨੂੰ ਤੁਸੀਂ ਸਾਜ਼ਿਸ਼ੀ ਤੇ ਵਪਾਰੀ ਮਾਨਸਿਕਤਾ ਦਾ ਬੰਦਾ ਬਣਾਉਣਾ ਚਾਹੁੰਦੇ ਹੋ। ਮੈਨੂੰ ਲੱਗਦਾ ਜੇ ਉਹ ਵੀ ਵਪਾਰੀ ਬਣ ਜੇ ਫਿਰ ਦਿਮਾਗ ਸੈੱਟ ਆ ਜਾਵੇ ਨਾ, ਫਿਰ ਸਾਰੀ ਦੁਨੀਆ ਅੱਧੀ ਭੁੱਖੀ ਮਰ ਜਾਵੇ। ਉਹੀ ਮੈਂ ਕਹਿੰਦਾ ਫਿਰ ਦਿਮਾਗ ਸੈੱਟ ਆ ਜਾਵੇ, ਸਰਕਾਰਾਂ ਦਾ ਦਿਮਾਗ ਵੀ ਸੈੱਟ ਆ ਜਾਵੇ, ਪਰ ਉਹ ਬਣ ਨਹੀਂ ਸਕਦਾ। ਉਹ ਬਣ ਨਹੀਂ ਸਕਦਾ ਕਿਉਂਕਿ ਉਹਦੀ ਨੇਚਰ ਕੁਦਰਤ ਦੇ ਨੇੜੇ ਹੈ, ਕੁਦਰਤ ਦੇ ਨੇੜੇ ਜੁੜਿਆ ਹੋਇਆ, ਧਰਤੀ ਨਾਲ ਜੁੜਿਆ ਹੋਇਆ, ਕੁਦਰਤ ਤੋਂ ਸਾਰਾ ਕੁਝ ਭਾਲਦਾ। ਔਰ ਉਹ ਤਾਂ ਚਿੜੀ ਜਨੌਰ ਦੇ ਭਾਗ ਦਾ ਵੀ ਮਤਲਬ ਬੀਜਦਾ, ਬਾਕੀ ਸਾਰੀਆਂ ਵੀ ਚੀਜ਼ਾਂ ਕਰਦਾ। ਤੁਸੀਂ ਗੈਰ ਮਨੁੱਖੀ ਜਿਹੜੀਆਂ ਜਾਂ ਅਮਾਨਵੀ ਕਦਰਾਂ ਕੀਮਤਾਂ ਨੇ ਉਧਰ ਧੱਕ ਰਹੇ ਹੋ ਸਮਾਜ ਨੂੰ। ਮੈਂ ਭਾਜੀ ਇਹ 'ਚ ਜਾਣਨਾ ਚਾਹੁੰਦਾ ਕਿ ਤੁਸੀਂ ਸਿੱਧਾ ਜਾਣ, ਜੇ ਆਪਾਂ ਜਾਣਨਾ ਚਾਹੀਏ ਕਿ ਪੰਜਾਬ ਨੂੰ ਕਿੰਨਾ ਕਿਸ ਮਸਲੇ ਨੂੰ, ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਸਰਕਾਰ ਨੂੰ, ਇਹਨਾਂ ਨਾਲ ਸਿੱਧੇ ਕਿਹੜੇ ਨੁਕਸਾਨ ਦੋ ਤਿੰਨ ਜਿਹੜੇ ਵੱਡੇ ਆਪਾਂ ਮੈਨੂੰ ਤਾਂ ਲੱਗਦਾ ਸਭ ਤੋਂ ਵੱਡਾ ਨੁਕਸਾਨ ਤਾਂ ਪੰਜਾਬ ਦੀ ਕਿਸਾਨੀ ਦਾ ਤਾਂ ਇਹ ਹੈ ਵੀ ਦੋਨਾਂ ਫਸਲਾਂ ਦੀ ਜੇ MSP ਚਲੇਗੀ ਤਾਂ ਖੁਦਕੁਸ਼ੀਆਂ ਦਾ ਰੇਟ ਜਿੰਨਾ ਵਧਣਾ ਹੈ, ਵਾਹਿਗੁਰੂ, ਕਿਉਂਕਿ ਇਹਦੇ ਆਸਰੇ ਹੀ ਖੜਾ ਕਿਸਾਨ। ਜੇ ਮਤਲਬ ਕਣਕ ਝੋਨੇ ਦੇ ਉੱਤੋਂ ਵੀ ਤੁਸੀਂ ਕਹਿੰਦੇ ਵੀ ਅਸੀਂ ਤਾਂ 30 ਲੱਖ ਟਨ ਤੋਂ ਵੱਧ ਨਹੀਂ ਖਰੀਦਦੇ, ਬਾਕੀ 100 ਲੱਖ ਟਨ ਕਿੱਥੇ ਜਾਊਗਾ? ਜੇ ਸਰਕਾਰ ਇਹਨੂੰ ਚੱਕਣੋਂ ਹਟ ਗਈ ਤਾਂ ਖੁਦਕੁਸ਼ੀਆਂ ਵੱਧ ਜਾਣਗੀਆਂ। ਜਦੋਂ ਵਿਕੇਗੀ ਨਹੀਂ, ਜਦੋਂ ਉਸ ਰੇਟ ਤੇ ਨਹੀਂ ਵਿਕੇਗੀ, ਘਰ ਉਹ ਰੱਖ ਨਹੀਂ ਸਕਦਾ, ਉਹ ਸੁੱਟੇਗਾ ਮੰਡੀ, ਜਿੱਥੇ ਮਰਜ਼ੀ ਸੁੱਟੇ, ਅੱਗ ਲਾਏਗਾ, ਜੋ ਵੀ ਮਰਜ਼ੀ ਕਰੇ। ਹੁਣ ਵੀ ਕਦੇ ਦੁੱਧ ਰੋਡ, ਕਦੇ ਸਬਜ਼ੀਆਂ। ਦੂਜਾ ਪੰਜਾਬ ਦੀ ਸਰਕਾਰ ਅਜੇ ਖਾਮੋਸ਼ੀ ਬੱਟੀ ਬੈਠੀ ਹੈ, ਇਹ ਕਿਉਂ ਨਹੀਂ ਬੋਲਦੀ? ਇਹਦਾ ਉਹ 14.5% ਚਲਾ ਗਿਆ ਜੇ, ਠੇਕਿਆਂ ਤੇ ਰੋਈ ਜਾਂਦੇ ਨੇ 650 ਕਰੋੜ, ਜੀ ਤੋਂ 6-6 ਹਜ਼ਾਰ 10-10 ਹਜ਼ਾਰ ਕਰੋੜ ਆਉਂਦਾ ਹੈ, ਔਰ ਜਿਹੜਾ ਚੰਗੇ ਭਲੇ ਚੀਜ਼ ਤੋਂ ਆਉਂਦਾ ਹੈ ਉਹ ਕਿੱਥੇ ਜਾਊਗਾ? 30,000 ਕਰੋੜ ਰੁਪਏ ਇੱਕ ਸੀਜ਼ਨ ਦਾ ਬਿਜ਼ਨਸ ਹੈ ਜੀ। 30,000 ਕਰੋੜ ਚੋਂ 14.5% ਤੇ ਤੁਸੀਂ ਟੈਕਸ ਲਾ ਕੇ ਦੇਖ ਲਓ, ਉਹ ਇਹਨਾਂ ਦੇ ਹੱਥੋਂ ਗਿਆ, ਉਹ ਗਿਆ ਤੇ ਉਹ ਜਾਏਗਾ ਤਾਂ ਤੁਹਾਡਾ ਮਾੜਾ ਮੋਟਾ ਵੀ ਤੋਰੀ ਫੁਲਕਾ ਨਹੀਂ ਚੱਲੂਗਾ। ਫੈਡਰਲਿਜ਼ਮ ਤੇ ਕੱਲਾ ਬੰਗਾਲੀ ਬੋਲ ਰਹੇ ਨੇ ਇਸ ਸਮੇਂ, ਬੰਗਾਲ ਦੀ ਸਰਕਾਰ ਵੀ ਕਹਿ ਰਹੀ ਹੈ, ਤੇ ਸਾਡੇ ਵਰਗੀਆਂ ਸਰਕਾਰਾਂ ਤੇ ਹੋਰ ਰੀਜਨਲ ਪਾਰਟੀਆਂ ਸੀ, ਇੱਥੇ ਅਕਾਲੀ ਦਲ ਸੀ, ਇੱਥੇ ਖੇਤਰੀ ਪਾਰਟੀਆਂ ਨੇ। ਪੰਜਾਬ ਦੀ ਨੇਚਰ ਹੋ ਰਿਹਾ, ਦੇਸ਼ ਦੇ ਹਰ ਸੂਬੇ ਦੀ ਆਪਣੀ ਆਪਣੀ ਵੱਖਰੀ ਮੰਗ ਹੈ, ਵੱਖਰਾ ਕਲਚਰ ਹੈ, ਵੱਖਰੀ ਬੋਲੀ ਹੈ, ਵੱਖਰੀ ਰਵਾਇਤਾਂ ਨੇ ਜੀ। ਇਹਨੂੰ ਐਡੇ ਵੱਡੇ ਕੰਟਰੀ ਨੂੰ ਇੱਕੋ ਰਸੇ ਨਹੀਂ ਬੰਨਿਆ ਜਾ ਸਕਦਾ, ਬਲਕਿ ਚਾਹੀਦਾ ਤਾਂ ਇਦੋਂ ਵੀ ਹੋਰ ਹੈ। ਔਰ ਜਿਹੜੇ ਵੀ ਲੋਕ ਵਿਦਵਾਨ ਇਹ ਕਹਿ ਰਹੇ ਨੇ ਕਿ ਸਗੋਂ ਤਾਕਤ ਹੇਠਾਂ ਤੱਕ ਲਿਜਾਓ, ਜ਼ਿਲ੍ਹਿਆਂ 'ਚ, ਤਹਿਸੀਲਾਂ 'ਚ, ਪੰਚਾਇਤਾਂ 'ਚ, ਗ੍ਰਾਮ ਸਭਾਵਾਂ 'ਚ, ਉਹਨਾਂ ਨੂੰ ਆਪਣੇ ਮੁਤਾਬਕ ਵਿਉਂਤਣ ਦੀ ਇਜਾਜ਼ਤ ਦਿਓ। ਬਿਲਕੁਲ ਤੁਸੀਂ ਇਹਦੇ ਤੇ ਵੀ ਨਹੀਂ ਬੋਲ ਰਹੇ। ਦੇਸ਼ ਦੇ ਵਿੱਚ ਇੱਕ ਬੜੇ ਵੱਡੇ ਲੈਵਲ ਦੀ ਪੋਲੀਟੀਕਲ ਅੰਦੋਲਨ ਦੀ ਲੋੜ ਹੈ, ਜਿਹੜਾ ਅੰਦੋਲਨ ਮੁੜ ਕੇ ਫੈਡਰਲਿਜ਼ਮ ਦੀ ਡਿਮਾਂਡ ਕਰੇ। ਨਹੀਂ, ਪਰ ਕੀ ਇਹ ਨਹੀਂ ਲੱਗ ਰਿਹਾ ਕਿ ਤੁਹਾਨੂੰ ਉਹ ਅੰਦੋਲਨ ਤਾਂ ਹੁਣ ਕਰੋਨਾ ਦੀ ਆੜ 'ਚ ਇਸ ਢੰਗ ਨਾਲ ਘਰਾਂ 'ਚ ਡਰਾ ਕੇ ਬਿਠਾ ਤੇ ਸਰਕਾਰ ਇਸ ਲੋਕਤੰਤਰ ਦੇ ਨਾਂ ਤੇ ਪੂਰੀ ਤਾਨਾਸ਼ਾਹੀ ਢੰਗ ਨਾਲ ਕੰਮ ਕਰ ਰਹੀ ਹੈ? ਨਹੀਂ, ਸਰਕਾਰ ਤਾਂ ਤਾਨਾਸ਼ਾਹੀ ਕਰ ਹੀ ਰਹੀ ਹੈ, ਫਿਰ ਲੋਕ ਇਸੇ ਕਰਕੇ ਸਾਹਮਣੇ ਆਉਣ। ਇਸੇ ਕਰਕੇ ਜਿਹੜੇ ਉਹ ਇੱਕ ਕਿਤਾਬ ਸਦਮਾ ਸਿਧਾਂਤ ਕਾਫੀ ਮਸ਼ਹੂਰ ਹੋਈ ਹੈ, ਨਿਓਮੀ ਕਲਾਈਨ ਦੀ, ਉਹ ਇਸ ਕਰਕੇ ਹੋਈ ਆ ਕਿ ਜਿਹੜੇ ਇਹੋ ਜਿਹੇ ਜਦੋਂ ਆਫਤਾਂ ਆਉਂਦੀਆਂ ਨੇ, ਆਫਤਾਂ ਦੇ ਦੌਰਾਨ ਲੋਕ ਸਦਮੇ 'ਚ ਹੁੰਦੇ ਨੇ ਤੇ ਉਦੋਂ ਉਹ ਸਾਰੇ ਫੈਸਲੇ ਕਰ ਜਾਂਦੇ ਨੇ। ਉਹ ਹੁਣ ਕਰ ਰਹੀ ਹੈ। ਜਿਵੇਂ ਆਪਾਂ ਇੱਕ ਡਾਕਟਰ ਕੋਲ ਮਰੀਜ਼ ਲੈ ਕੇ ਜਾਂਦੇ ਆ, ਪ੍ਰਾਈਵੇਟ ਹਸਪਤਾਲਾਂ 'ਚ ਕੀ ਕਰਦੇ ਨੇ, ਉਹ ਕਹਿੰਦੇ ਵੀ ਤੂੰ ਤਾਂ ਬਹੁਤ ਲੇਟ ਹੋ ਗਿਆ, ਬਸ ਹੁਣ ਤਾਂ ਇਹਦਾ ਇਲਾਜ ਆਪਰੇਸ਼ਨ ਆ। ਬੰਦਾ ਹਥਿਆਰ ਸੁੱਟ ਦਿੰਦਾ ਵੀ ਜੀ ਜੋ ਮਰਜ਼ੀ ਵਿਕ ਜੇ, ਜਿੰਨਾ ਮਰਜ਼ੀ ਪੈਸੇ ਲਾਓ ਤੇ ਇੱਕ ਵਾਰੀ ਬਚਾ ਲਓ। ਇਹ ਹੁਣ ਉਹ ਹਥਿਆਰ ਸੁਟਵਾ ਰਹੀ ਹੈ, ਉਹ ਹਥਿਆਰ ਹੈ। ਪਰ ਮੈਨੂੰ ਲੱਗਦਾ ਕਿ ਜਿਹੜੀਆਂ ਸਰਕਾਰਾਂ ਨੇ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ,
ਜਿਹੜੀਆਂ ਅਕਾਲੀ ਦਲ ਵਰਗੀਆਂ ਪਾਰਟੀਆਂ ਮੋਦੀ ਦੇ ਗੁਣਗਾਨ ਗਾ ਰਹੀਆਂ ਨੇ 2 ਮਹੀਨੇ ਤੋਂ ਲੈ ਕੇ ਵੀ ਆਹ ਦੇਤਾ ਉਹਨਾਂ ਨੂੰ ਸਮਝ ਉਹਦੀ ਤਾਂ ਵਜੂਦ ਹੀ ਫੈਡਰਲਿਜ਼ਮ ਤੇ ਖੜਾ ਸੀ। ਬਿਲਕੁਲ, ਉਹ ਤਾਂ ਘੱਟ ਗਿਣਤੀਆਂ ਤੇ ਵਜੂਦ ਖੜਾ ਸੀ। ਹਾਂ, ਲੜਾਈ ਲੜਨ ਵਾਲੇ ਲੋਕ ਸੀ। ਜਿਹੜੇ ਅਮਰਿੰਦਰ ਸਿੰਘ ਦੀ ਵੀ ਸਾਖ ਪੰਜਾਬ 'ਚ ਥੋੜੀ ਜਿਹੀ ਬਣੀ ਸੀ, ਉਹ ਲੋਕ ਹਿਤੈਸ਼ੀ ਤੇ ਢੰਗ ਨਾਲ ਸੀ। ਉਹ ਵੀ ਪਾਣੀਆਂ ਤੇ ਪੰਜਾਬ ਦੇ ਮਾਮਲੇ 'ਚ ਜਾਂ ਬਾਕੀ ਤੇ ਫੈਸਲਾ ਵੀ ਇਹ ਕੇਂਦਰ ਸਰਕਾਰ ਨਾਲ ਆਪਣੀ ਪਾਰਟੀ ਦੀ ਜਿਹੜੀ ਹਾਈ ਕਮਾਨ ਹੈ ਉਹਦੇ ਖਿਲਾਫ ਖੜਾ ਹੋ। ਪਰ ਹੁਣ ਚੁੱਪ ਕਿਉਂ ਅਮਰਿੰਦਰ ਵੀ? ਇਹੀ ਸਵਾਲ ਹੈ, ਇਹ ਸਾਜ਼ਿਸ਼ੀ ਚੁੱਪ ਹੈ। ਇਹਦਾ ਮਤਲਬ ਤੁਸੀਂ ਆਪਦੇ ਘਰ ਭਰਨਾ ਚਾਹੁੰਦੇ ਹੋ ਕੇਂਦਰ ਸਰਕਾਰ ਨਾਲ ਵੀ ਮਿਲ ਕੇ, ਜਿਹਦੇ ਨਾਲ ਵੀ ਮਿਲਣਾ ਚਾਹੁੰਦੇ ਹੋ। ਲੋਕਾਂ ਦਾ ਸਰਕਾਰਾਂ ਨਾਲ ਤੁਹਾਡਾ ਕੋਈ ਰਾਬਤਾ ਨਹੀਂ, ਕੋਈ ਤਾਲੁਕਾਤ ਨਹੀਂ ਹੈ। ਇਹ ਸਭ ਤੋਂ ਖਤਰਨਾਕ ਟ੍ਰੈਂਡ ਹੈ। ਔਰ ਮੈਨੂੰ ਇਹ ਲੱਗਦਾ ਕਿ ਜੇਕਰ ਨਾ ਸੋਚਿਆ ਗਿਆ, ਜਦੋਂ ਲੋਕਾਂ ਦੀ ਹਾਲਤ ਬਦਤਰ ਹੋ ਜਾਣੀ ਹੈ, ਹਾਂਜੀ, ਤਾਂ ਲੋਕ ਐਂ ਤਾਂ ਨਹੀਂ ਸ਼ਾਂਤੀ ਨਾਲ ਬੈਠਣਗੇ ਨਾ, ਕੁਛ ਤਾਂ ਲੜਨਗੇ, ਕੁਛ ਕਰਨਗੇ, ਜਾਂ ਖੁਦਕੁਸ਼ੀ ਕਰਨਗੇ ਜਾਂ ਬਾਗੀ ਹੋਣਗੇ। ਦੋ ਹੀ ਚੀਜ਼ਾਂ। ਪੰਜਾਬ ਦਾ ਖੂਨ ਬਾਗੀ ਹੈ। ਬਿਲਕੁਲ। ਫਿਰ ਤੁਸੀਂ ਕਹੋਗੇ ਦੇਸ਼ ਧਰੋਹੀ ਨੇ। ਹਾਂ, ਫਿਰ ਤੁਸੀਂ ਕਹੋਗੇ ਦੇਸ਼ ਧਰੋਹੀ ਉਹ ਥੋੜੀ ਹੈ, ਤੁਸੀਂ ਉਹਨੂੰ ਮਜਬੂਰ ਕਰ ਰਹੇ ਹੋ ਬੋਲਣ ਲਈ। ਬਿਲਕੁਲ। ਇਹ ਹਮੀਰ ਸਿੰਘ ਹੋਰਾਂ ਨੇ ਬਹੁਤ ਵੱਡੀ ਚਿੰਤਾ ਪ੍ਰਗਟਾਈ ਕਿ ਜਿਹੜੇ ਰਾਹ ਦੇ ਉੱਤੇ ਕੇਂਦਰ ਸਰਕਾਰ ਚੱਲ ਪਈ ਹੈ, ਜਿਹੋ ਜਿਹੇ ਇਹ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ, ਉਹਦੇ ਨਾਲ ਜਾਂ ਤਾਂ ਖੁਦਕੁਸ਼ੀਆਂ ਦਾ ਰਾਹ ਚੁਣਨਾ ਪਏਗਾ, ਜਾਂ ਬਾਗੀ ਹੋਣਾ ਪਏਗਾ, ਜਾਂ ਫਿਰ ਦੇਸ਼ ਧਰੋਹੀ ਦਾ ਟੈਗ ਦੇਣਗੀਆਂ ਸਰਕਾਰਾਂ। ਪਰ ਮੈਂ ਦੱਸ ਦੇਣਾ ਚਾਹੁੰਦਾ ਸਰਕਾਰਾਂ ਨੂੰ ਇਹ ਕਿ ਭਾਈ ਦੇਸ਼ ਧਰੋਹੀ ਦੇਸ਼ ਦੇ ਖਿਲਾਫ ਨਹੀਂ, ਇਹ ਸਰਕਾਰਾਂ ਦੇ ਖਿਲਾਫ ਬਗਾਵਤ ਹੋਏਗੀ, ਤੇ ਸਰਕਾਰਾਂ ਦੇ ਖਿਲਾਫ ਬਗਾਵਤ ਕਰਨਾ ਮਨੁੱਖੀ ਦਾ ਹੱਕ ਹੈ, ਇਸ ਦੇਸ਼ ਦੇ ਨਾਗਰਿਕਾਂ ਦਾ ਹੱਕ ਹੈ। ਜੇਕਰ ਤੁਸੀਂ ਲੋਕ ਵਿਰੋਧੀ ਫੈਸਲੇ ਲਓਗੇ ਤੇ ਫਿਰ ਲੋਕਾਂ ਨੂੰ ਬੋਲਣਾ ਪਏਗਾ। ਕਿੰਨੀ ਦੇਰ ਆਵਾਜ਼ ਦਬਾ ਲਓਗੇ? ਇਹ ਅੱਜ ਨਹੀਂ ਤਾਂ ਕੱਲ੍ਹ ਆਵਾਜ਼ ਉੱਠੇਗੀ। ਇਸ ਲਈ ਅਜੇ ਵੀ ਮੌਕਾ ਜੇਕਰ ਦਰੁਸਤ ਕਰੋਗੇ। ਪਰ ਪੰਜਾਬ ਲਈ ਵੱਡੀ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੇ ਹੱਥਾਂ 'ਚੋਂ ਕਣਕ ਤੇ ਝੋਨੇ ਦੇ ਵੀ ਸਹੀ ਮੁੱਲ ਨਾ ਪਹੁੰਚਿਆ ਤਾਂ ਫਿਰ ਪੰਜਾਬ ਦਾ ਕਿਸਾਨ ਬਿਲਕੁਲ ਗੋਡਿਆਂ ਭਾਰ ਹੋ ਜਾਵੇਗਾ, ਕਿਉਂਕਿ ਉਸ ਨੂੰ ਕਰਜ਼ੇ ਦੀ ਮੁਕਤੀ ਦੇ ਬਜਾਏ ਕਰਜ਼ੇ ਦੇ ਰਾਹ ਪਾਉਣ ਦੀਆਂ ਕੋਸ਼ਿਸ਼ਾਂ ਨੇ, ਤੇ ਉਹਦੇ ਹੱਥੋਂ ਉਹਦੀਆਂ ਰਹਿੰਦੀਆਂ ਫਸਲਾਂ ਵੀ ਖੋਣ ਦੀਆਂ ਕੋਸ਼ਿਸ਼ਾਂ ਨੇ। ਸੋ ਵੱਡੀ ਚਿੰਤਾ। ਇਹ ਮਸਲਾ ਇੰਨੀ ਛੋਟੇ ਸਮੇਂ 'ਚ ਸਮੇਟਿਆ ਤਾਂ ਨਹੀਂ ਜਾ ਸਕਦਾ। ਫਿਰ ਪਰਤਾਂਗੇ ਇਸੇ ਪ੍ਰੋਗਰਾਮ 'ਚ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ ਕਰਾਂਗੇ ਗੱਲਬਾਤ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।